ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ, ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 26 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਬਜਟ ਤੋਂ। ਬਜਟ ਜਦੋਂ ਵੀ ਆਉਂਦਾ ਕਿਸੇ ਵੀ ਸੂਬੇ ਦਾ, ਕਿਸੇ ਵੀ ਦੇਸ਼ ਦਾ, ਤਾਂ ਲੋਕਾਂ ਦੀਆਂ ਨਜ਼ਰਾਂ ਹੁੰਦੀਆਂ ਸ਼ਰਮਾ ਜੀ ਕਿ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਰਾਹਤ ਦਿੱਤੀ ਗਈ ਹੈ, ਕੀ ਟੈਕਸ ਵੱਧ ਲਾਇਆ ਗਿਆ ਤੇ ਅਗਲਾ ਸਾਲ ਸਾਡਾ ਕਿਵੇਂ ਰਹਿਣ ਵਾਲਾ ਹੈ। ਬਜਟ ਤੋਂ ਤੈਅ ਹੁੰਦਾ ਕਿ ਉਸ ਰਾਜ ਦੇ, ਉਸ ਸੂਬੇ ਦੇ ਲੋਕਾਂ ਦੇ ਅਗਲੇ ਸਾਲ ਦੀ ਕਿਸਮਤ ਕਿਹੋ ਜਿਹੀ ਹੋਊਗੀ। ਪੰਜਾਬ ਬਜਟ ਦੀ ਜਦੋਂ ਗੱਲ ਕਰਦੇ ਹਾਂ ਤੇ ਆਪ ਮੁਹਾਰੇ ਗੱਲ ਇਹ ਕਾਹਤੋਂ ਆ ਜਾਂਦੀ ਹੈ ਸ਼ਰਮਾ ਜੀ ਕਿ ਹਾਲਤ ਕੰਗਲੇ ਵਾਲੀ ਤੇ ਗੱਲਾਂ ਰੰਗਲੇ ਵਾਲੀਆਂ। ਹਾਂ ਬਿਲਕੁਲ ਪ੍ਰਵੀਨ ਜੀ, ਤੁਹਾਡਾ ਸਵਾਲ ਬੜਾ ਵਾਜਬ ਤੇ ਫਿਕਰਮੰਦੀ ਚੋਂ ਹੈ ਕਿ ਬਜਟ ਪੇਸ਼ ਹੋਵੇ ਪੰਜਾਬ ਦਾ ਤਾਂ ਵੀ ਪੰਜਾਬ ਵਾਲਿਆਂ ਨੂੰ ਕੋਈ ਚਾਅ ਜਾਂ ਨਾ ਚੜੇ। ਜੀ। ਨਹੀਂ ਤਾਂ ਇਹ ਹੁੰਦਾ ਕਿ ਲੈ ਵੀ ਆਹ ਮਿਲ ਗਿਆ, ਆਹ ਕਰਤਾ, ਇਹ ਦੇਤਾ, ਇਹ ਹੋ ਗਿਆ। ਅਜਿਹਾ ਕੁਝ ਲੱਭਦਾ ਨਹੀਂਗਾ। ਮਤਲਬ ਅੰਕੜਿਆਂ ਦੀ ਖੇਡ ਤੋਂ ਇਲਾਵਾ ਉਸ ਬਜਟ 'ਚ ਕੁਝ ਨਹੀਂ ਸੀਗਾ। ਸਿਰਫ ਜੋੜ ਘਟਾ, ਜਮਾ ਪਲੱਸ ਗੁਣਾ, ਹੈ ਜਰਬਾ, ਬਸ ਇਹ ਜਿਹਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਿਤੇ ਵੀ ਕੋਈ ਉਹ 'ਚ ਤਜਵੀਜ਼ ਨਜ਼ਰ ਨਹੀਂ ਹੈ। ਚਲੋ ਆਪਾਂ ਕਿਸੇ ਹੋਰ ਤਰਕ 'ਚ ਨਾ ਪਈਏ। ਆਪਾਂ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜੋ ਪੇਸ਼ ਕੀਤਾ ਗਿਆ, ਪਹਿਲਾਂ ਜੇ ਆਪਾਂ ਉਹਦੇ ਬਾਰੇ ਗੱਲ ਕਰੀਏ ਤਾਂ ਉਹਦੀ ਪੇਸ਼ਕਾਰੀ ਚੋਂ ਕਾਫੀ ਕੁਝ ਸਾਨੂੰ ਲੱਭ ਜੂਗਾ ਕਿ ਕੀ ਹੋਇਆ। ਮਤਲਬ ਜਦੋਂ ਉਹਨਾਂ ਨੇ ਅੱਜ ਲੰਘੇ ਕੱਲ ਬਜਟ ਪੇਸ਼ ਕੀਤਾ ਪੰਜਾਬ ਦੀ ਵਿਧਾਨ ਸਭਾ 'ਚ, ਤਾਂ ਉਹਨੂੰ ਸੁਣਦਿਆਂ ਹੋਇਆਂ ਉਹਨਾਂ ਦੇ ਜਿਹੋ ਜਿਹੇ ਐਲਾਨ ਸੀ ਕਿ ਇਸ ਵਿਧਾ ਲਈ ਇੰਨੇ ਕਰੋੜ ਰੱਖ ਲਏ, ਇਸ ਕੰਮ ਲਈ ਇੰਨੇ ਕਰੋੜ ਰੱਖ ਲਏ, ਇਸ ਕੰਮ ਲਈ ਇੰਨੇ ਕਰੋੜ ਰੱਖ ਲਏ, ਤਦ ਲੱਗਿਆ ਕਿ ਲੈ ਪੰਜਾਬ ਤਾਂ ਰੰਗਲਾ ਬਣਿਆ ਖੜਿਆ। ਹਾਂਜੀ, ਕਿ ਹੋਰ ਰੰਗਲੇ ਨੂੰ ਕੀ ਕਰਨਾ। ਹੁਣ ਤਾਂ ਰੰਗਲਾ ਸਕੀਮ ਵੀ ਲਿਆਏ ਕੱਲ ਵਾਲੇ ਬਜਟ 'ਚੋਂ, ਹੈ ਨਾ, ਤੇ ਇਸ ਲਈ ਕਿ ਕੋਈ ਮਸਲਾ ਹੀ ਨਹੀਂਗਾ। ਸੋ ਉਸ ਸਥਿਤੀ ਦੇ ਵਿੱਚੋਂ ਐਂ ਲੱਗਦਾ ਕਿ ਸਾਰਾ ਕੁਝ ਠੀਕ ਹੈ। ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕੁੱਲ ਬਜਟ ਪੇਸ਼ ਕਰ ਰਹੇ ਹੋ ਤੁਸੀਂ 2.36 ਲੱਖ ਕਰੋੜ ਦਾ, ਮਤਲਬ 2.5 ਲੱਖ ਕਰੋੜ ਤੋਂ ਘੱਟ ਵਾਲਾ ਬਜਟ ਆਇਆ ਇੱਕ ਤਰ੍ਹਾਂ, ਹੈ ਨਾ। ਸੋ ਪਰ ਪੰਜਾਬ ਦੇ ਸਿਰ ਤੇ ਕਰਜ਼ਾ 3.25 ਲੱਖ 4 ਕਰੋੜ ਤੇ ਪਾਰ ਹੈ, ਜਿਹੜਾ ਸਿੱਧਾ ਸਰਕਾਰੀ ਹੈ। ਜੇ ਓਵਰਆਲ ਮਿਲਾ ਲਈਏ ਤਾਂ 4.25 ਲੱਖ ਕਰੋੜ ਤੋਂ ਪਾਰ ਦਾ ਸਾਡੇ ਸਿਰ ਕਰਜ਼ਾ। ਜੀ। ਸੋ ਮੈਂ ਕੱਲ ਸਭ ਤੋਂ ਪਹਿਲਾਂ ਤਾਂ ਪੰਜਾਬ ਦੀਆਂ ਉਹਨਾਂ ਬੀਬੀਆਂ ਨੂੰ, ਵੋਟਰ ਬੀਬੀਆਂ ਨੂੰ ਝਟਕਾ ਲੱਗਿਆ ਜਿਹੜੀਆਂ 1100 ਰੁਪਇਆ ਉਡੀਕ ਰਹੀਆਂ ਸੀ। ਸਹੀ ਗੱਲ ਹੈ, ਬਿਲਕੁਲ ਸਹੀ ਹੈ। ਬੀਬੀ ਆਤਸ਼ੀ ਦਿੱਲੀ 'ਚ ਬੈਠ ਕੇ ਰੋਜ਼ ਰੌਲਾ ਪਾਉਂਦੀ ਆ, ਰੋਜ਼, ਕਿ ਜੀ ਆ ਦਿੱਲੀ ਵਾਲੀ ਸਰਕਾਰ ਜਿਹੜੀ ਨਵੀਂ ਬੀਜੇਪੀ ਵਾਲੀ ਬਣੀ ਆ, ਉਹ ਬੀਬੀ ਕੀ ਆ ਗੁਪਤਾ, ਉਹਦੇ ਵਾਲੀ ਸਰਕਾਰ, ਇਹ ਜੀ 2500 ਹੀ ਦੇ ਰਹੀਆਂ ਬੀਬੀਆਂ ਦਾ, 2500 ਰੋਜ਼ ਦੇ 3 ਵਾਰ ਉਹ ਇਹ ਮਾਲਾ ਜਪਦੀ ਆ, ਰੇਖਾ ਗੁਪਤਾ। ਫਿਰ ਪੰਜਾਬ ਵੀ ਮਾਲਾ ਜਪੂਗਾ ਕਿ ਭਾਈ ਕੇਜਰੀਵਾਲ ਵੀ ਸਾਨੂੰ ਕਹਿ ਕੇ ਗਿਆ ਸੀਗਾ। ਜੇ ਉੱਥੇ ਮੋਦੀ ਕਹਿ ਕੇ ਆਇਆ ਤੇ ਉਰੇ ਕੇਜਰੀਵਾਲ ਕਹਿ ਕੇ ਗਿਆ ਸੀਗਾ ਕਿ ਹਾਂ ਦਵਾਂਗੇ। ਉਹ 100 ਰੁਪਇਆ ਉਹ 'ਚ ਭਗਵੰਤ ਮਾਨ ਨੇ ਪਾਇਆ ਸੀ ਆਪਣੀ ਜਵਾਕੜੀ ਜੰਮਣ ਵਾਲੀ ਖੁਸ਼ੀ ਦੇ ਵਿੱਚ, ਕਿ ਲਓ 1100 ਕਰਤਾ, ਤੇ ਉਹ ਮੁੜ ਕੇ ਕਿੱਥੇ ਗਿਆ ਭਾਈ? ਉਹ ਅਜੇ ਤੱਕ ਨਹੀਂ ਮਿਲਿਆ। ਸੋ ਇਹ ਚੌਥਾ ਬਜਟ ਹੈ ਤੇ ਉਹਦਾ ਆਖਰੀ ਬਜਟ ਆਉਣਾ ਹੁਣ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦਾ। ਉਹ ਤੋਂ ਬਾਅਦ ਨਵੀਂ ਚੋਣ ਤੋਂ ਬਾਅਦ ਜਿਹਦੀ ਮਰਜ਼ੀ ਸਰਕਾਰ ਆਵੇ। ਸੋ ਇਸ ਸਥਿਤੀ ਦੇ ਵਿੱਚ ਸਭ ਤੋਂ ਵੱਡਾ ਝਟਕਾ ਤਾਂ ਬੀਬੀਆਂ ਨੂੰ ਲੱਗਿਆ। ਫਿਰ ਕਹਿੰਦੇ ਜੀ ਕਿ ਅਸੀਂ ਬਜਟ ਦੇ ਵਿੱਚ 150 ਕਰੋੜ ਰੱਖ ਲਿਆ ਜੀ, ਮਤਲਬ ਕਿ ਨਸ਼ੇ ਦੇ ਖਿਲਾਫ ਜਨਗਣਨਾ ਕਰਨੀ ਆ। ਅਸੀਂ ਕਹਿੰਦੇ ਜੀ ਬਕਾਇਦਾ ਤੌਰ ਤੇ ਨਸ਼ੇ ਤੇ ਸਾਡਾ ਫੋਕਸ ਹੈ, ਅਸੀਂ 150 ਕਰੋੜ ਖਰਚ ਕੇ ਜਨਗਣਨਾ ਕਰਨੀ ਹੈ। ਕੋਈ ਮੇਰੇ ਨਾਲ ਸਾਥੀ ਗੱਲ ਕਰ ਰਿਹਾ ਸੀ, ਕਹਿੰਦਾ ਕਿ ਭਾਜੀ ਜਿਹੜੇ ਪੰਜਾਬ 'ਚ ਲੋਕ ਨਸ਼ਾ ਵੇਚਦੇ ਆ, ਨਸ਼ਾ ਕਰਦੇ ਆ, ਨਸ਼ਾ ਜਿਹਨਾਂ ਤੋਂ ਫੜਿਆ ਜਾਂਦਾ, ਉਹ ਚਲੋ ਟੁੱਟਵਾਂ ਹੋਊ ਕਰਕੇ ਰਿਹਾ। ਕਹਿੰਦੇ ਕੋਈ ਜ਼ਮਾਨਤ ਤੇ ਆ ਗਿਆ, ਕੋਈ ਅੰਦਰ ਚਲਾ ਗਿਆ, ਕਿੰਨੇ ਫੜ ਲਏ ਕਿੰਨੇ ਨਹੀਂ ਫੜੇ, ਉਹਦਾ ਹਿਸਾਬ ਕਿਤਾਬ ਕਰਨ ਲਈ ਚਲੋ ਜਨਗਣਨਾ ਹੋਊਗੀ। ਉਹ ਕਹਿੰਦਾ ਕਿ ਇੱਕ ਗੋਲੀ ਦਿੰਦੇ ਨੇ ਇਹ,
ਉਹ ਜੀਭ ਤੇ ਰੱਖਣ ਵਾਲੀ ਗੋਲੀ ਦੇ ਨਾਂ ਨਾਲ ਪੰਜਾਬ 'ਚ ਕਾਫੀ ਮਸ਼ਹੂਰ ਆ। ਉਹ ਜਿਹੜੇ ਡਰੱਗ ਛੱਡਣਾ ਚਾਹੁੰਦੇ ਹੁੰਦੇ ਨੇ ਉਹ ਫਿਰ ਇਸ ਗੋਲੀ ਤੇ ਸ਼ਿਫਟ ਕੀਤੇ ਜਾਂਦੇ ਨੇ। ਬਾਅਦ ਚੋਂ ਇਹ ਗੋਲੀ ਵੀ ਨਸ਼ੇ ਵਾਲੀ ਗੋਲੀ ਬਣ ਕੇ ਵਿਚਰ ਰਹੀ ਆ। ਹੁਣ ਤਾਂ ਉਹ ਸੈਂਟਰਾਂ ਦੇ ਬਾਹਰ ਵਿਕਦੀ ਵੀ ਆ। ਮਤਲਬ 50 ਰੁਪਏ ਤੋਂ ਲੈ ਕੇ 200, 400, 500 ਰੁਪਏ ਤੱਕ ਵਿਕ ਜਾਂਦੀਆਂ ਨੇ ਗੋਲੀ। ਉਹ ਕਹਿੰਦਾ ਕਿ ਸਿੱਧੇ ਇਹਨਾਂ ਕੋਲ ਅੰਕੜੇ ਪਏ ਨੇ ਕਿ ਹਰ ਸੈਂਟਰ ਚੋਂ ਕਿੰਨੀ ਗੋਲੀ ਕੌਣ ਲਿਜਾ ਰਿਹਾ ਜੀ। ਤੇ ਉਹਨਾਂ ਦੀ ਜਨਗਣਨਾ ਕਰ ਲਓ ਪਹਿਲਾਂ, ਉਹਨਾਂ ਨੂੰ ਵੀ ਬਾਹਰ ਕੱਢ ਲਓ ਜੋ ਕੰਮ ਕਰਨਾ ਉਹਨਾਂ ਤੇ। ਅੱਧਾ ਪੰਜਾਬ ਤਾਂ ਹੀ ਠੀਕ ਹੋ ਜਾਊਗਾ ਤੁਹਾਡਾ। ਆਹ ਜਨਗਣਨਾ ਲਈ 150 ਕਰੋੜ ਰੁਪਇਆ ਖਰਚਣ ਦੀ ਕੀ ਲੋੜ ਪੈਗੀ। ਬਿਲਕੁਲ ਮੈਂ ਉਹਨੂੰ ਫਿਰ ਕਿਹਾ, ਮੈਂ ਕਿਹਾ ਭਰਾਵਾ ਇਹ ਐ ਨੀਗਾ ਕਿ ਰਜਿਸਟਰ ਲੈ ਕੇ ਬੰਦੇ ਜਾਣਗੇ ਮਹੱਲੇ ਗਲੀਆਂ 'ਚ ਪੁੱਛਦੇ ਫਿਰਨਗੇ ਕਿ ਤੁਹਾਡਾ ਕੋਈ ਨਿਆਣਾ ਨਸ਼ੇ ਕਰਦਾ ਜੀ, ਉਹਦਾ ਨਾਂ ਲਿਖਣਾ, ਜਿਵੇਂ ਸਕੂਲ 'ਚ ਦਾਖਲ ਕਰਾਉਣ ਲਈ ਆਉਂਦੇ ਨੇ ਜਾਂ ਉਹ ਟੀਕੇ ਲਾਉਣ ਵਾਲੇ ਆਉਂਦੇ ਨੇ, ਹਨਾ ਜੀ। ਕਹਿੰਦਾ ਜੀ ਫਿਰ ਹੋਰ ਕੀ। ਮੈਂ ਕਿਹਾ ਵੀ ਪਿਛਲੀ ਵਾਰ ਬਲਡੋਜ਼ਰ ਵਾਲਿਆਂ ਲਈ ਪੈਸੇ ਨਹੀਂ ਰੱਖੇ ਸੀ, ਇਹ 150 ਕਰੋੜ ਤਾਂ ਬਲਡੋਜ਼ਰ ਵਾਲਿਆਂ ਨੇ ਰੱਖਿਆ। ਉਹਨਾਂ ਨੂੰ ਮਸ਼ੀਨ ਵਾਲਿਆਂ ਨੂੰ ਤਾਂ ਕੁਝ ਦੇਣਾ, ਜਿਹੜੇ ਘਰ ਢਾਉਣ ਜਾਂਦੇ ਨੇ, ਜਿਹੜਾ ਨਾਲ ਪੁਲਿਸ ਵਾਲੇ ਦਿਹਾੜੀ ਤੇ ਜਾਂਦੇ ਨੇ, ਉਹ ਡੇਲੀ ਵੇਜ ਦਾ ਕੁਝ ਦੇਣਾ। ਸੋ ਇਹ ਤਾਂ 150 ਕਰੋੜ ਮੈਂ ਕਿਹਾ ਉਹਦੇ ਲਈ, ਮਤਲਬ ਘਰ ਢਾਉਣ ਦੇ ਲਈ ਯੋਜਨਾ ਲਈ ਤੁਸੀਂ ਪੈਸੇ ਰੱਖ ਰਹੇ ਹੋ। ਸਹੀ ਹੈ। ਇਸ ਸਥਿਤੀ ਦੇ ਵਿੱਚ ਮਤਲਬ ਇਹ ਸਾਰਾ ਵਰਤਾਰਾ ਸਪਸ਼ਟ ਕਰਦਾ ਕਿੱਧਰ ਨੂੰ ਜਾਣਾ ਪੰਜਾਬ ਦਾ ਬਜਟ। ਹਾਂ, ਕਹਿੰਦੇ ਜੀ ਇਸ ਬਜਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਉਹ ਹੈ ਜੀ ਈ ਬੱਸਾਂ, ਨਵੀਆਂ ਸੜਕਾਂ ਤੇ ਸਟਰੀਟ ਲਾਈਟਾਂ। ਠੀਕ ਹੈ ਜੀ। ਸਿਟੀ 'ਚ ਨਵੀਆਂ ਬੱਸਾਂ ਚੱਲਣਗੀਆਂ ਜਿਹੜੀਆਂ ਲੋਕਲ ਬੱਸਾਂ ਹੁੰਦੀਆਂ ਨੇ, ਤੇ ਸਟਰੀਟ ਲਾਈਟਾਂ ਲਾਵਾਂਗੇ ਤੇ ਫੋਰਨ ਵਰਗੀਆਂ ਸ਼ਹਿਰਾਂ ਦੇ ਅੰਦਰਲੀਆਂ ਸੜਕਾਂ ਬਣਾਵਾਂਗੇ। ਠੀਕ ਹੈ। ਇਹ ਮੈਨੂੰ ਦੱਸ ਦਿਓ ਜੀ, ਇਹ ਪੰਜਾਬ ਸਰਕਾਰ ਦਾ ਬਜਟ ਹੈ ਕਿ ਕਿਸੇ ਨਗਰ ਕੌਂਸਲ ਦਾ ਬਜਟ ਹੈ? ਬਈ ਸਟਰੀਟ ਲਾਈਟਾਂ ਲਾਉਣਾ ਤਾਂ ਵਾਰਡਾਂ ਦੇ ਵਿੱਚ ਕੰਮ ਨਗਰ ਕੌਂਸਲ ਦਾ। ਸਹੀ। ਅੰਦਰਲੀ ਸੜਕਾਂ ਸ਼ਹਿਰਾਂ ਦੀਆਂ ਠੀਕ ਕਰਨਾ ਕੰਮ ਤਾਂ ਇਹ ਤਾਂ ਨਗਰ ਕੌਂਸਲ ਦਾ ਕੰਮ ਹੈ, ਨਗਰ ਨਿਗਮ ਦਾ, ਨਗਰ ਕੌਂਸਲ ਦਾ। ਪਿੰਡਾਂ 'ਚ ਜੇ ਕਰਾਉਣਾ ਤਾਂ ਬਈ ਪੰਚਾਇਤਾਂ ਨੂੰ ਦੇ ਦਿਓ ਅਧਿਕਾਰ। ਇਸ ਸਾਰੇ ਬਜਟ ਦੇ ਵਿੱਚ ਮੈਂ ਪਹਿਲੇ ਪੰਨੇ ਤੋਂ ਲੈ ਕੇ ਆਖਰੀ ਪੰਨੇ ਤੱਕ ਕਈ ਵਾਰ ਗਿਆ ਜੀ। ਜੋ ਕੰਮ ਬਾਦਲ 10 ਸਾਲ ਕਰਦੇ ਰਹੇ, ਜੋ ਕੰਮ ਕਾਂਗਰਸ ਪਿਛਲੇ ਕੈਪਟਨ ਦੇ 5 ਸਾਲ ਤੇ ਅਗਲੇ ਕੈਪਟਨ ਦੇ ਚੰਨੀ ਵਾਲੇ 5 ਸਾਲਾਂ 'ਚ ਹੁੰਦਾ ਰਿਹਾ, ਉਹੀ ਕੰਮ ਹੋ ਰਿਹਾ। ਜਨਾਬ, ਪੰਜਾਬ ਦੀ 62 ਤੋਂ 65% ਦੀ ਆਬਾਦੀ ਪਿੰਡਾਂ 'ਚ ਰਹਿੰਦੀ ਹੈ। ਇੱਕ ਨਵਾਂ ਪੁੱਟੀ ਕੋਡੀ ਵੀ ਪਿੰਡਾਂ ਨੂੰ ਨਹੀਂ ਗਈ, ਨਵਾਂ ਪੈਸਾ ਵੀ ਪਿੰਡਾਂ ਨੂੰ ਨਹੀਂ ਗਿਆ, ਇੱਕ ਪੈਸਾ ਵੀ ਪਿੰਡਾਂ ਨੂੰ ਨਹੀਂ ਦਿੱਤਾ। ਨਹੀਂ ਗਿਆ, ਬਿਲਕੁਲ ਸਹੀ। ਔਰ ਇਹ ਲਗਾਤਾਰ ਹੋ ਰਿਹਾ, ਸਾਰੀਆਂ ਸਰਕਾਰਾਂ ਦੇ ਸਮੇਂ ਤੋਂ ਹੁੰਦਾ ਰਿਹਾ ਕਿ ਪੰਜਾਬ ਦੇ ਪਿੰਡਾਂ ਲਈ ਬਜਟ ਦੇ ਵਿੱਚ ਕੁਝ ਵੀ ਨਹੀਂ। ਉਲਟਾ ਸਾਡੀਆਂ ਸ਼ਾਮਲਾਟਾ ਜ਼ਮੀਨਾਂ 'ਚੋਂ ਜਿਹੜੀ ਪੰਚਾਇਤਾਂ ਨੂੰ ਆਮਦਨ ਆਉਂਦੀ ਆ, ਉਹਦੇ ਨਾਂ ਦੇ ਉੱਚੋਂ ਕੱਢ ਕੇ ਪੈਸੇ ਉਹਦੇ ਵਿੱਚੋਂ ਪੰਜਾਬ ਦਾ ਪੰਚਾਇਤ ਵਿਭਾਗ ਚੱਲਦਾ ਜੀ, ਸੈਕਟਰੀ ਦੀ ਤਨਖਾਹ ਜੀ, ਉਹਨਾਂ ਦੀ ਤਨਖਾਹ ਉਲਟਾ ਲੈ ਰਹੇ ਨੇ ਪਿੰਡਾਂ ਤੋਂ। ਉਹ ਲੈ ਦੇ ਕੇ ਕੱਲੀ ਨਰੇਗਾ ਵਾਲੀ ਸਕੀਮ ਰਾਹੀਂ ਪਿੰਡਾਂ 'ਚ ਘੁਸਾਈ ਜਾਂਦਾ ਤੇ ਉਸੇ ਨੂੰ ਐਮਐਲਏ ਆਪਣੇ ਖਾਤਿਆਂ 'ਚ ਪਾਈ ਜਾਂਦੇ ਨੇ, ਉਸੇ ਨੂੰ ਐਮਪੀ ਆਪਣੇ ਖਾਤਿਆਂ 'ਚ ਪਾਈ ਜਾਂਦੇ ਨੇ। ਸੋ ਪਿੰਡਾਂ ਨੂੰ ਸਿੱਧੀ ਅਦਾਇਗੀ ਕੋਈ ਨਹੀਂ ਹੋ ਰਹੀ। ਚਲੋ ਅੱਗੇ ਆ ਜਾਓ ਜੀ। ਕਹਿੰਦੇ ਜੀ ਅਸੀਂ ਹੁਣ ਜਿਹੜਾ ਮੈਂ ਕੁੱਲ ਮਿਲਾ ਕੇ ਦੇਖਾਂ 176 ਪਿੰਡਾਂ 'ਚ ਕਹਿੰਦੇ ਪਾਈਪ ਰਾਹੀਂ ਪਾਣੀ ਪਹੁੰਚਾਵਾਂਗੇ। ਠੀਕ ਹੈ ਜੀ। ਜੇਲ੍ਹਾਂ 'ਚ AI ਕੈਮਰੇ ਲਾ ਦਾਂਗੇ। ਮੈਡੀਕਲ ਖੇਤਰ ਦੇ ਲਈ 1336 ਕਰੋੜ ਦਾ ਬਜਟ ਰੱਖਿਆ ਜੀ। ਕਹਿੰਦੇ ਸਾਡਾ ਸਭ ਤੋਂ ਜ਼ਿਆਦਾ ਧਿਆਨ ਮੈਡੀਕਲ ਤੇ ਸਿੱਖਿਆ ਤੇ ਹੀ ਹੈ ਜੀ। ਤੇ ਸਿੱਖਿਆ ਦੇ ਲਈ 17,925 ਕਰੋੜ ਦਾ ਬਜਟ ਰੱਖਿਆ। ਬਿਲਕੁਲ ਸਿੱਖਿਆ, ਸਿਹਤ, ਜੇ ਦੋ ਕੰਮ ਤੰਦਰੁਸਤ ਹੋ ਜਾਣ ਤਾਂ ਕਾਫੀ ਮਸਲੇ ਹੱਲ ਹੋ ਸਕਦੇ ਨੇ, ਬਸ਼ਰਤੇ ਉਹਦੇ ਉੱਤੇ ਰਾਜਨੀਤੀ ਨਾ ਹੋਵੇ। ਖੇਤੀ ਵਾਲੀ ਬਿਜਲੀ ਸਬਸਿਡੀ ਕਹਿੰਦੇ ਦਿੰਦੇ ਰਵਾਂਗੇ। ਇਹ ਤੋਂ ਬਿਨਾਂ ਕਰਜ਼ੇ ਵਾਲੇ ਮਸਲੇ ਤੇ ਕੋਈ ਉਹ ਨਹੀਂ, MSP ਫਸਲ ਵਾਲੇ ਮਸਲੇ ਤੇ ਕੋਈ ਉਹ ਨਹੀਂ, ਹੈ ਨਾ, ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਉਹਦੇ ਉੱਤੇ ਕੋਈ ਉਹ ਨਹੀਂ, ਕਿਤੇ ਨਹੀਂ ਕੁਛ ਕਿਸਾਨੀ ਲਈ ਹੋ। ਇਹ ਤਾਂ ਸਬਸਿਡੀ ਚੱਲੀ ਆਉਂਦੀ ਹੈ, ਫਿਰ ਤੁਸੀਂ ਕੀ ਦਿੱਤਾ? ਤੁਸੀਂ ਨਵਾਂ ਕੀ ਕਰ ਰਹੇ ਹੋ? ਇੰਡਸਟਰੀ ਦੇ ਲਈ ਨਵੀਂ ਪਾਲਿਸੀ ਲਿਆਵਾਂਗੇ। ਇਹ ਜਿੱਦਾਂ ਤੱਕ ਲੁਧਿਆਣੇ ਦੀ ਜਿਮਨੀ ਚੋਣ ਨਹੀਂ ਹੁੰਦੀ ਉਧਰ ਤੱਕ ਲਈ ਹੈ। ਪੰਜਾਬ ਨੂੰ ਅਜੇ ਤੱਕ ਨਾ ਖੇਡ ਪਾਲਿਸੀ ਮਿਲੀ, ਨਾ ਸੱਭਿਆਚਾਰ ਪਾਲਿਸੀ ਮਿਲੀ, ਨਾ ਖੇਤੀ ਪਾਲਿਸੀ ਮਿਲੀ। ਅਸੀਂ ਫਿਰੀ ਜਾਂਦੇ ਆਂ ਭਟਕਦੇ। ਉਹੀ ਇੰਡਸਟਰੀ ਪਾਲਿਸੀ ਬਣਾ ਦੋਗੇ ਤੁਸੀਂ। ਸਹੀ। ਸਰਕਾਰੀ ਸੇਵਾਵਾਂ ਕਹਿੰਦੇ ਹੁਣ 50 ਰੁਪਏ 'ਚ ਮਿਲਣਗੀਆਂ ਜੀ, ਹੈ ਨਾ। ਬੀਮਾ ਕਵਰ ਅਸੀਂ 5 ਲੱਖ ਤੋਂ ਵਧਾ ਕੇ 10 ਲੱਖ ਕਰਤਾ, ਸਿਹਤ ਬੀਮਾ ਕਵਰ, ਹੈ ਨਾ। ਇਹ ਭਾਈ ਕੇਂਦਰ ਵਾਲੀ ਤਜਵੀਜ਼ ਨੂੰ ਅੱਗੇ ਵਧਾ ਲਓ। ਹੁਣ ਤੁਸੀਂ ਉਹਨਾਂ ਨਾਂ ਅਪਣਾ ਲਏ, ਹੁਣ ਤਾਂ ਤੁਸੀਂ ਕਹਿ ਨਹੀਂ ਸਕਦੇ ਵੱਖਰੇ। ਸੋ ਵੈਸੇ ਸਥਿਤੀ ਇਹ ਆ ਕਿ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਅੱਜ ਕੱਲ ਆਯੁਸ਼ਮਾਨ ਕਾਰਡ ਵਾਲਿਆਂ ਨੂੰ ਜਾਂ ਏਦਾਂ ਸਰਕਾਰੀ ਬੀਮਾ ਧਾਰਕਾਂ ਨੂੰ ਇਲਾਜ ਨਹੀਂ ਦਿੰਦੇ। ਅਗਲੇ ਕਹਿੰਦੇ ਭਾਈ ਅਦਾਇਗੀ ਨਹੀਂ ਹੁੰਦੀ ਸਾਡੀ। ਤਾਂ ਆ ਚੰਡੀਗੜ੍ਹ ਦੇ 32 ਸੈਕਟਰ ਤੱਕ ਵਾਲੇ ਹਸਪਤਾਲਾਂ ਨੇ ਬੰਦ ਕਰਤੀ ਹੈ ਪ੍ਰਕਿਰਿਆ ਕਿ ਨਹੀਂ ਜੀ ਆਯੁਸ਼ਮਾਨ ਕਾਰਡ ਨਹੀਂ ਚੱਲੂਗਾ, ਕਿਉਂਕਿ ਜੀ ਸਾਡੇ ਕੋਲ ਤਾਂ ਪਿਛਲੀ ਅਦਾਇਗੀ 3-3 ਸਾਲਾਂ 2-2 ਸਾਲਾਂ ਦੀ ਨਹੀਂ। ਫਿਰ ਅਗਲੇ ਕਾਹਦਾ ਇਹ ਐਲਾਨ ਦਾ ਕੀ ਫਾਇਦਾ ਜੀ? ਇਹ ਜਾਂਦਾ ਹੈ ਜੀ। 150 ਕਰੋੜ ਨਸ਼ਾ ਮੁਕਤੀ ਲਈ ਖਰਚਾਂਗੇ। 817 ਭ੍ਰਸ਼ਟ ਅਧਿਕਾਰੀ ਕਹਿੰਦੇ ਸੀ ਗ੍ਰਿਫਤਾਰ ਕਰ ਲਏ।
3 ਸਾਲਾਂ 'ਚ ਬਦਲਾਅ ਦੀ ਤਸਵੀਰ ਅਸੀਂ ਪੇਸ਼ ਕਰਤੀ ਆ, ਹੈ ਨਾ। ਤੇ ਇਸੇ ਤਰ੍ਹਾਂ ਜੰਗਲੀ ਜਾਨਵਰਾਂ ਦੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵਾਂਗੇ। ਬਠਿੰਡਾ 'ਚ 100 ਬੈੱਡ ਦਾ ਹਸਪਤਾਲ ਖੋਲਾਂਗੇ। ਕੁੱਲ ਮਿਲਾ ਕੇ ਕੈਸ਼ਲੈਸ ਇਲਾਜ ਬੀਮਾ ਜਿਹੜਾ 5 ਲੱਖ ਤੋਂ 10 ਲੱਖ ਹੈ, ਤੇ CM ਸਟਰੀਟ ਲਾਈਟ ਯੋਜਨਾ ਹੈ, 2.5 ਲੱਖ ਸਟਰੀਟ ਲਾਈਟਾਂ ਲਾਵਾਂਗੇ। ਸੋ ਜਿਵੇਂ ਮੋਦੀ ਜੀ ਹਰ ਚੀਜ਼ ਦਾ ਉਦਘਾਟਨ ਉਵੇਂ ਹੁਣ CM ਦੇ ਨਾਂ ਦੇ ਉੱਤੇ ਹੈ ਨਾ। ਸੋ ਹਰ ਪਿੰਡ 'ਚ ਕਹਿੰਦੇ ਖੇਲ ਮੈਦਾਨ ਬਣੂ, ਮਤਲਬ 12,000 ਪਿੰਡਾਂ 'ਚ ਖੇਲ ਮੈਦਾਨ ਤੇ 3,000 ਇੰਡੋਰ ਸਟੇਡੀਅਮ ਜੇ ਬਣ ਜਾਵੇ ਬਈ, ਪੰਜਾਬ ਸਾਰਾ ਗਰਾਊਂਡ 'ਚ ਨਾ ਆ ਜਾਵੇ, ਜਵਾਨੀ ਸਾਰੀ ਗਰਾਊਂਡਾਂ 'ਚ ਨਾ ਜਾਵੇ। ਬਣਾਓ ਤਾਂ ਸਹੀ ਨਾ। ਇਹ ਤਾਂ ਪਿਛਲੀਆਂ ਸਰਕਾਰਾਂ ਸੁਣਦੇ ਆਉਂਦੇ, ਤੁਹਾਡੇ ਪਿੰਡ ਸਟੇਡੀਅਮ ਉਹ ਅਜੇ ਤੱਕ ਪੂਰ ਨਹੀਂ ਪੈਂਦੇ। ਅਗਲੇ ਸਾਲ ਪੰਜਾਬ 'ਚ 150 ਕਰੋੜ ਖਰਚ ਕੇ ਡਰੱਗ ਜਨਗਣਨਾ ਕਰਾਵਾਂਗੇ। ਹਰ ਵਿਧਾਨ ਸਭਾ ਖੇਤਰ ਦੇ ਲਈ ਵਿਕਾਸ ਕੰਮਾਂ ਲਈ 5 ਕਰੋੜ ਰੁਪਈਆ ਦੇਵਾਂਗੇ। ਪੰਜਾਬ 'ਚ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ 250 ਕਰੋੜ ਖਰਚਾਂਗੇ ਤੇ ਨਵੀਂ ਇੰਡਸਟਰੀ ਪਾਲਿਸੀ ਲਿਆਵਾਂਗੇ। ਜੇਲ੍ਹਾਂ 'ਚ ਕੈਮਰੇ ਲਾਵਾਂਗੇ। 406 ਦੇ ਕਰੀਬ ਸਰਕਾਰੀ ਸੇਵਾਵਾਂ ਜਿਹੜੀਆਂ 120 'ਚ ਮਿਲਦੀਆਂ ਸੀ, ਹੁਣ 50 ਰੁਪਏ 'ਚ ਮਿਲਿਆ ਕਰਨਗੀਆਂ। ਤੇ ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਖਰਚਾਂਗੇ। ਠੀਕ ਹੈ। ਇਸ ਵਾਰ ਬਜਟ ਦੀ ਥੀਮ ਜਿਹੜੀ ਰੱਖੀ, ਮੇਰਾ ਪੰਜਾਬ ਬਦਲਦਾ ਪੰਜਾਬ। ਸੋ ਇਸ ਟੈਗਲਾਈਨ ਦੇ ਹੇਠ ਇਹਨਾਂ ਨੇ ਇਹ ਪੇਸ਼ ਕੀਤਾ ਕਿ ਜੀ ਅਸੀਂ ਰੰਗਲਾ ਪੰਜਾਬ ਸਕੀਮ ਲਿਆਏ ਹਾਂ। ਹੁਣ ਪ੍ਰਵੀਨ ਜੀ, ਜਦੋਂ 300 ਸਾਲਾ ਸੀ ਨਾ ਸ੍ਰੀ ਖਾਲਸਾ ਪੰਥ ਦੀ ਸਥਾਪਨਾ ਦਾ, ਹੈ ਨਾ, ਉਸ ਸਮੇਂ ਬਾਦਲਾਂ ਨੇ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਨਾਂ ਤੇ ਐਲਾਨਿਆ। ਜੀ ਬਿਲਕੁਲ ਬਿਲਕੁਲ। ਸਾਰਾ ਸ਼ਹਿਰ ਸਫੇਦ ਹੋਊਗਾ ਜੀ, ਸ਼ਾਂਤੀ ਦਾ ਪ੍ਰਤੀਕ, ਏਕਤਾ ਦਾ ਪ੍ਰਤੀਕ, ਇੱਕ ਸਰੂਪ। ਤੇ ਉਹ ਬਾਅਦ ਚੋਂ ਜੀ ਕਿਸੇ ਮਤਲਬ ਕੰਪਨੀ ਨਾਲ, ਪੇਂਟ ਵਾਲੀ ਨਾਲ ਠੇਕਾ ਕਰਕੇ ਤੇ ਕੁੱਚੀਆਂ ਫੇਰਤੀਆਂ ਘਰਾਂ ਦੇ ਬਾਹਰ, ਜਿਹੜਾ ਪਹਿਲੇ ਮੀਂਹ 'ਚ ਉਤਰ ਜਾਵੇ ਰੰਗ, ਹੈ ਨਾ। ਸੋ ਉਹ ਪਤਾ ਨਹੀਂ, ਹੁਣ ਸਾਨੂੰ ਨਹੀਂ ਪਤਾ ਕਿ ਕਿੰਨੇ 'ਚ ਸਫੇਦ ਹੋਇਆ। ਉਹ ਵਾਈਟ ਸਿਟੀ ਦਾ ਮੁੜ ਕੇ ਰੰਗ ਲੱਭਿਆ ਨਹੀਂ। ਉਹ ਹੁਣ ਇੱਥੇ ਰੰਗਲਾ ਪੰਜਾਬ, ਭਾਈ ਰੰਗ ਨਹੀਂ ਕਰਨਾ ਪੰਜਾਬ ਨੂੰ ਕਿ ਤੁਸੀਂ ਜੀ ਇੰਨੇ ਕਰੋੜ ਰੱਖ ਲਿਆ ਜੀ। ਹੁਣ ਡੀਸੀਆਂ ਨੂੰ ਅਧਿਕਾਰ ਦਿੱਤਾ ਕਿ DC ਰੰਗਲਾ ਪੰਜਾਬ ਬਣਾਉਣਗੇ। ਸਕੀਮ ਜੀ ਡੀਸੀਆਂ ਰਾਹੀਂ ਚੱਲੂਗੀ। ਹਰੇਕ ਹਲਕੇ ਦੇ ਵਿੱਚ ਕਿੰਨਾ ਕਿੰਨਾ ਕੰਮ ਕਰਨਾ, 5-5 ਕਰੋੜ ਖਰਚ ਦੇਣਾ ਜੀ, ਅਸੀਂ ਬਣ ਗਿਆ ਰੰਗਲਾ ਪੰਜਾਬ। ਸੋ ਤਜਵੀਜ਼ ਤੇ ਕੰਮ ਕਿਤੇ ਨਜ਼ਰ ਨਹੀਂ ਆਇਆ। ਸੋ ਚੀਮਾ ਸਾਹਿਬ ਖਾਸਾ ਲੰਬਾ ਚੌੜਾ ਭਾਸ਼ਣ ਦਿੱਤਾ, ਜਿਵੇਂ ਸਕੂਲ 'ਚ ਜਵਾਕ ਨੂੰ ਮਾਸਟਰ ਕਹਿੰਦਾ ਪੜ੍ਹਦੇ ਤੇ ਉੱਠ ਕੇ ਪੜ੍ਹ ਦਿੱਤਾ। ਸੋ ਇਹ ਸਕ੍ਰਿਪਟ ਕਿੱਥੋਂ ਆਈ ਸੀ ਜਿਹਦੇ ਵਿੱਚੋਂ ਪੰਜਾਬ ਦੇ ਬਜਟ ਦਾ ਝਲਕਾਰਾ ਘੱਟ ਤੇ ਨਗਰ ਨਿਗਮ, ਨਗਰ ਕੌਂਸਲ ਦੇ ਬਜਟ ਦਾ ਝਲਕਾਰਾ ਵੱਧ ਨਜ਼ਰ ਆਇਆ। ਹਾਂਜੀ ਬਿਲਕੁਲ। ਦੇਖੋ, ਦੂਜੀ ਗੱਲ ਇਹ ਵੀ ਹੈ ਨਾ ਸ਼ਰਮਾ ਜੀ, ਕਿ ਜਿੱਥੇ ਤੁਸੀਂ ਰਹਿ ਰਹੇ ਹੋ, ਜਿਸ ਵੀ ਖਿੱਤੇ ਦੇ ਵਿੱਚ, ਜਿਸ ਵੀ ਖਿੱਤੇ ਦੀ ਸਰਕਾਰ ਹੈ, ਤੁਹਾਡਾ ਜਿਹੜਾ ਬੁਨਿਆਦੀ ਢਾਂਚਾ ਜਾਂ ਤੁਹਾਡੇ ਲੋਕਾਂ ਦੀ ਪਰਚੇਜ਼ਿੰਗ ਪਾਵਰ, ਇਹ ਵੀ ਤੈਅ ਕਰਦੀ ਹੈ ਕਿ ਤੁਹਾਡੀ GDP ਕਿੱਧਰ ਨੂੰ ਜਾਊਗੀ। ਔਰ ਜਦੋਂ ਤੁਹਾਡਾ ਬੁਨਿਆਦੀ ਢਾਂਚਾ ਤਾਂ ਖੜਾ, ਤੁਸੀਂ ਜਿਹੜਾ ਸੜਕਾਂ ਟੁੱਟੀਆਂ ਪਈਆਂ ਜਿਹੜੀਆਂ ਨੂੰ ਬਣਾਉਣ ਵਾਸਤੇ ਤੁਸੀਂ ਕਰਜ਼ਾ ਚੁੱਕ ਰਹੇ ਹੋ। ਦੂਜਾ ਇਹ ਹੈ ਕਿ RDF ਤੁਹਾਡਾ ਰਿਲੀਜ਼ ਨਹੀਂ ਹੋ ਰਿਹਾ। 11-12 ਹਜ਼ਾਰ ਕਰੋੜ ਰੁਪਏ ਦੀ ਆਪਾਂ ਕਿੰਨੇ ਵਾਰੀ ਉਹ ਗੱਲ ਕੀਤੀ ਹੈ, ਸਾਰੇ ਪੈਸਿਆਂ ਦੀ। ਦੂਜਾ ਹੈ ਕਿ ਜਿਹੜਾ ਪੰਚਾਇਤਾਂ ਦੇ ਅਧਿਕਾਰ ਦੀ ਗੱਲ ਕੀਤੀ ਹੈ, ਜਾਂ ਹੋਰ ਜਿਹੜੇ ਮਾਮਲੇ ਨੇ, ਜਿੰਨਾ ਚਿਰ ਲੋਕਾਂ ਨੂੰ ਕੋਈ ਰਾਹਤ ਨਹੀਂ, ਚਲੋ ਕੋਈ ਨਵਾਂ ਟੈਕਸ ਨਹੀਂ ਗਾ, ਪਰ ਫਿਰ ਵੀ ਲੋਕ ਕਮਾਈ ਕਿੱਥੋਂ ਆਊਗੀ, ਲੋਕ ਖਾਣਗੇ ਕੀ, ਲੋਕਾਂ ਦੇ ਕੋਲੇ ਅਗਲੇ ਸਾਲ ਦੇ ਲਈ ਖਰਚਣ ਨੂੰ ਕੀ ਹੈ, ਕੀ ਸਕੀਮਾਂ ਦੇ ਐਲਾਨ ਹੁਣ ਬਜਟ ਮੈਂ ਕਹਿੰਦਾ ਤੁਸੀਂ ਲੋਕਾਂ ਦੀ ਫਿਕਰ ਤਾਂ ਕਰਦੀਆਂ ਹੀ ਨਹੀਂ ਸਰਕਾਰਾਂ ਨਾਲ। ਜੀ ਘੱਟੋ ਘੱਟ ਆਪਣਾ ਅਗਲਾ ਸਾਲ ਕਿਵੇਂ ਲੰਘਾਓਗੇ, ਸਾਨੂੰ ਇਹੀ ਦੱਸ ਦਿਓ। ਪੈਸੇ ਰੱਖੇ ਨੇ, ਲਿਆਓਗੇ ਕਿੱਥੋਂ? ਸਹੀ ਗੱਲ ਹੈ, ਬਿਲਕੁਲ ਇਹ ਤਾਂ ਦੱਸੋ। ਬਜਟ ਤਾਂ ਇਹ ਤਾਂ ਹੁੰਦਾ ਕਿ ਅਸੀਂ ਆਹ ਪੈਸੇ ਇੰਨੇ ਰੱਖੇ, ਇੱਥੋਂ ਆਉਣਗੇ, ਕੋਈ ਹਿਸਾਬ ਹੀ ਨਹੀਂ। ਜੀ ਬਿਲਕੁਲ। ਅਗਲੀ ਗੱਲ ਕਰੀਏ ਬਜਟ ਦੇ ਇੱਕ ਹੋਰ ਪਹਿਲੂ ਦੇ ਬਾਰੇ, ਕਿ ਪੰਜਾਬ ਦਾ 65% ਜਿਹੜਾ ਬਜਟ ਹੈ ਉਹ ਸਿਰਫ 4 ਕੰਮਾਂ ਦੇ ਲਈ ਰੱਖਿਆ ਗਿਆ, ਤੇ ਬਾਕੀ ਸਾਰੇ ਪੰਜਾਬ ਦੇ ਲਈ 35% ਜਿਹੜਾ ਪੰਜਾਬ ਦੇ ਹਿੱਸੇ ਆ ਬਾਕੀ ਸਾਰੇ ਦੇ, ਉਹ ਕਿਹੜੇ 4 ਕੰਮ ਨੇ ਜਿਹੜਾ 65% ਬਜਟ ਜਿਹੜਾ ਪੰਜਾਬ ਦਾ ਉਹ ਖਾ ਜਾਂਦੇ? ਪ੍ਰਵੀਨ ਜੀ, ਜੇ ਨਾ ਵੀ ਰੱਖਣ ਨਾ, ਤਾਂ ਵੀ ਇਹਨਾਂ ਚੋਂ 3 ਕੰਮਾਂ ਲਈ ਤਾਂ ਜਾਣਾ ਹੀ ਜਾਣਾ ਜੀ। ਮਤਲਬ 50% ਦੇ ਕਰੀਬ ਤਾਂ ਬਜਟ ਇਹਨਾਂ 3 ਕੰਮਾਂ ਲਈ ਜਾਣਾ ਹੀ ਜਾਣਾ, ਚਾਹੇ ਰੱਖਣ ਚਾਹੇ ਨਾ ਰੱਖਣ। ਉਹਦੇ ਵਿੱਚੋਂ ਕਰਜ਼ਾ ਜੀ, ਉਹਦੇ ਵਿੱਚੋਂ ਤਨਖਾਹਾਂ ਤੇ ਪੈਨਸ਼ਨਾਂ, ਉਹਦੇ ਵਿੱਚੋਂ ਬਿਜਲੀ ਸਬਸਿਡੀ, ਇਹ ਤਾਂ ਦੇਣਾ ਹੀ ਪੈਣਾ। ਸੋ ਉਹ ਤੋਂ ਬਾਅਦ ਜੇਕਰ ਇਸ ਚੌਥਾ ਆਏਗਾ ਤਾਂ ਸਿੱਖਿਆ, ਮੈਂ ਕਹਿੰਦਾ ਉਹਦੇ ਲਈ ਠੀਕ ਹੈ, ਉਹਦੇ ਲਈ ਖਰਚਾ ਵੱਧ ਕਰਦੇ ਹੋ ਤਾਂ ਕਰੋ, ਧੰਨਵਾਦ ਜੀ, ਪਰ ਉਹ ਸਹੀ ਲੱਗੇ। ਮੰਨ ਲਓ 1 ਰੁਪਈਏ ਦਾ ਆਪਾਂ ਹਿਸਾਬ ਕਰਨਾ ਹੋਵੇ ਕਿ 1 ਰੁਪਈਏ ਦਾ ਖਰਚਾ ਕਿੱਥੇ ਕਿੱਥੇ ਹੁੰਦਾ। 1 ਰੁਪਈਏ ਚੋਂ 65 ਪੈਸੇ ਸਿੱਧੇ ਇਹਨਾਂ 4 ਕੰਮਾਂ ਲਈ ਖਰਚ ਹੋ ਰਹੇ ਨੇ, ਬਾਕੀ ਪੰਜਾਬ ਲਈ 35 ਪੈਸੇ ਬਚਦੇ ਆ। ਹਲੋ, ਮੇਰੇ ਕੋਲ ਪੂਰਾ ਹਿਸਾਬ ਕਿਤਾਬ ਪਿਆ, ਜੇ ਮੈਂ ਉਹਦੇ ਤੁਹਾਡੇ ਹਵਾਲੇ ਨਾਲ ਰੱਖਾਂ। ਕਹਿੰਦੇ ਜੀ ਸਭ ਤੋਂ ਵੱਧ ਪੈਸਾ
ਤਨਖਾਹਾਂ ਤੇ ਪੈਨਸ਼ਨਾਂ 'ਚ ਜਾ ਰਿਹਾ। 24 ਪੈਸੇ 1 ਰੁਪਈਏ ਚੋਂ 24 ਪੈਸੇ ਮਤਲਬ 24% ਕੁੱਲ ਬਜਟ ਦਾ ਸਿੱਧਾ ਪੈਸਾ ਪੈਨਸ਼ਨਾਂ ਤੇ ਤਨਖਾਹਾਂ 'ਚ ਜਾਂਦਾ, ਤੇ ਦੇਣਾ ਹੀ ਪੈਣਾ। ਉਹ ਵੀ ਲੇਟ ਮਿਲਦੀਆਂ ਅੱਜ ਕੱਲ੍ਹ, ਉਹ ਵੀ ਸਮੇਂ ਸਿਰ ਨਹੀਂ ਮਿਲਦੀਆਂ। ਫਿਰ ਵਿਆਜ ਦਾ 21% ਵਿਆਜ 'ਚ ਜਾਂਦਾ। ਮੈਂ ਇਕੱਲੇ ਵਿਆਜ ਦੀ ਗੱਲ ਕਰ ਰਿਹਾ, ਮੂਲ ਦੀ ਗੱਲ ਨਹੀਂ। ਉਹਦੇ ਲਈ ਕਿੱਥੋਂ ਕੱਢਣਾ ਇਹ ਦੱਸਣ। ਸੋ 21% ਮਤਲਬ 1 ਰੁਪਈਏ ਚੋਂ 21 ਪੈਸੇ ਸਿੱਧੇ ਇਕੱਲੇ ਵਿਆਜ ਦੇ ਲਈ ਚਲੇ ਜਾਂਦੇ ਨੇ, ਜਿਹੜਾ ਅਸੀਂ ਲੋਨ ਲਿਆ ਹੋਇਆ। ਫਿਰ ਸਿੱਖਿਆ ਦੇ ਲਈ 12 ਪੈਸੇ ਜਾਂਦੇ ਆ, 12% ਬਜਟ ਦਾ। ਫਿਰ ਬਿਜਲੀ ਸਬਸਿਡੀ ਲਈ 8 ਪੈਸੇ ਜਾਂਦੇ, ਮਤਲਬ 8%। ਸੋ 24%, 21%, 12% ਤੇ 8%, 65% ਇਹ ਹੋ ਗਿਆ ਜਨਾਬ। ਹੁਣ ਪਿੱਛੇ ਜਿਹੜਾ 35% ਬਚਿਆ, ਉਹਦੇ ਨਾਲ ਤੁਸੀਂ ਸਿਹਤ ਵੀ ਠੀਕ ਕਰਨੀ ਹੈ, ਉਹਦੇ ਨਾਲ ਤੁਸੀਂ ਆ ਵਿਦੇਸ਼ੀ ਤਰਜ਼ ਤੇ ਸੜਕਾਂ ਵੀ ਬਣਾਉਣੀਆਂ, ਤੁਸੀਂ ਟੂਰਿਜ਼ਮ ਵੀ ਹਰ ਥਾਂ ਵਧਾ ਦੇਣਾ, ਤੁਸੀਂ ਸਮਾਜ ਕਲਿਆਣ ਵੀ ਕਰਨਾ ਹੈ, ਤੁਸੀਂ ਖੇਤੀ ਨੂੰ ਵੀ ਪ੍ਰਫੁੱਲਤ ਕਰਨਾ ਹੈ ਨਾ, ਤੁਸੀਂ ਆਪਣੇ VIP ਕਲਚਰ ਕੰਮ ਵੀ ਕਰਨੇ ਨੇ, ਤੁਸੀਂ ਇੰਡਸਟਰੀ ਦੀ ਪਾਲਿਸੀ ਵੀ ਲਿਆਉਣੀ ਹੈ, ਤੁਸੀਂ ਨਸ਼ੇ ਦੇ ਖਿਲਾਫ ਜਨਗਣਨਾ ਵੀ ਕਰਾਉਣੀ ਹੈ ਨਾ, ਤੁਸੀਂ ਯੁੱਧ ਵੀ ਲੜਨਾ ਹੈ, ਤੇ ਤੁਸੀਂ ਇਨਕਾਊਂਟਰ ਵਾਲੇ ਵੀ ਕੰਮ ਕਰਨੇ ਨੇ। ਸਾਰੇ ਕੰਮ ਫਿਰ ਇਹਦੇ ਨਾਲੇ ਕਰਨੇ। 35 ਪੈਸੇ ਨਾਲ ਫਿਰ ਰੰਗਲਾ ਪੰਜਾਬ ਬਣ ਜਾਊਗਾ। ਜੀ ਬਿਲਕੁਲ, ਇਹ ਹਿਸਾਬ ਦੇ ਦਿਓ। ਸੋ ਇਸ ਪ੍ਰਕਿਰਿਆ 'ਚ ਇਹਨਾਂ ਕੋਲ ਕਿਤੇ ਕੋਈ ਜਵਾਬ ਨਹੀਂਗਾ। ਸਿਰਫ ਇਹ ਕਹਿਣ ਨਾਲ ਨਹੀਂ ਗੱਲ ਹੱਲ ਹੁੰਦੀ ਕਿ ਜੀ ਪਿਛਲੀ ਵਾਰ ਨਾਲੋਂ 15% ਬਜਟ ਵੱਧ ਗਿਆ, ਜਾਂ ਅਸੀਂ ਆਪਣੇ 4 ਸਾਲਾਂ 'ਚ ਬਜਟ 'ਚ ਇੰਨਾ ਇਜ਼ਾਫਾ ਕਰ ਲਿਆ ਕਿ ਅਸੀਂ ਜੀ 4 ਸਾਲਾਂ 'ਚ 80,000 ਕਰੋੜ ਤੋਂ ਬਜਟ ਵਧਾ ਗਏ। ਜਦੋਂ 2022 ਦਾ ਬਜਟ ਸੀ ਤਾਂ 1,55,000 ਕਰੋੜ ਦਾ ਬਜਟ ਸੀ। ਜਦੋਂ 2023 'ਚ ਆਇਆ 1,96,000 ਕਰੋੜ, ਲਗਭਗ 2 ਲੱਖ ਕਰੋੜ ਦੇ ਨੇੜੇ ਚਲਾ ਗਿਆ। ਜਦੋਂ 2024 'ਚ ਆਇਆ 2 ਲੱਖ ਦੇ ਪਾਰ ਚਲਾ ਗਿਆ, 2,04,000 ਕਰੋੜ ਦਾ ਬਜਟ ਹੋ ਗਿਆ। ਇਸ ਵਾਰ 2,36,000 ਕਰੋੜ ਦਾ ਹੋ ਗਿਆ। ਭਾਈ ਕਰਜ਼ਾ ਵੀ ਨਾਲੇ ਦੱਸ ਦਿਓ ਕਿੰਨਾ ਵੱਧ ਗਿਆ। ਮਤਲਬ ਗੱਲ ਹੋ ਰਹੀ ਸੀ ਕਿ ਪੰਜਾਬ ਦੇ ਸਿਰ ਤੇ 3.78 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਮਤਲਬ 3.25 ਲੱਖ। ਇਹ ਸਿੱਧਾ ਸਰਕਾਰੀ ਕਰਜ਼ਾ। ਇਹ ਤੋਂ ਬਿਨਾਂ ਬਾਕੀ ਜਿਹੜਾ ਸਰਕਾਰ ਦੀ ਗਰੰਟੀਆਂ ਤੇ ਕਰਜ਼ਾ ਚੁੱਕਿਆ ਹੁੰਦਾ ਉਹ ਚੱਕ ਕੇ ਜੇ ਹਿਸਾਬ ਦੇਖੀ ਤਾਂ 4.25 ਲੱਖ ਕਰੋੜ ਤੋਂ ਪਾਰ ਜਾਂਦਾ। ਤੇ ਕਹਿੰਦੇ ਜੀ ਹਰਿਆਣੇ ਦਾ ਵੀ ਇੰਨਾ ਕਿ ਉਹ ਵੀ ਤਾਂ ਸਾਡੇ ਨੇੜੇ ਤੇੜੇ ਆ, 3.68 ਕਰੋੜ ਲਗਭਗ ਉਹਨਾਂ ਦਾ। ਉਹ ਭਾਈ ਕੱਲਾ ਕਰਜ਼ਾ ਨਾ ਦੇਖੋ, ਉਹਨਾਂ ਦੀ ਆਮਦਨ ਵੀ ਦੇਖੋ, 3 ਗੁਣਾ ਵੱਧ ਆਮਦਨ ਹੈ ਉਹਨਾਂ ਦੀ। ਸਹੀ ਬਿਲਕੁਲ ਸਹੀ ਕਿਹਾ। 3 ਗੁਣਾ ਉਹਨਾਂ ਦੀ ਵੱਧ ਆਮਦਨ ਤਾਂ ਕਰਜ਼ੇ ਦੀ ਸਮਰੱਥਾ ਵੱਧ ਸਕਦੀ ਹੈ। ਤੇ ਸਾਡੀ ਹਾਲਤ ਕਿਹੋ ਜਿਹੀ। ਸੋ ਇਸ ਲਈ ਇਹ ਪੈਸੇ ਦੀ ਵੰਡ ਜਾਂ ਇਹ ਤਰੀਕਾ ਆਪਣੇ ਆਪ 'ਚ ਸਪਸ਼ਟ ਕਰਦਾ ਕਿ ਤੁਹਾਡਾ ਪੈਸਾ ਆ ਕਿੱਥੇ ਰਿਹਾ, ਜਾ ਕਿੱਥੇ ਰਿਹਾ। ਤੁਸੀਂ ਇਸ ਗੱਲ ਤੇ ਆਉਂਦੇ ਨਹੀਂ। ਮਤਲਬ ਬਿਜਲੀ ਦੇ ਲਈ 17,606 ਕਰੋੜ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਹੋਣ ਵਾਲੇ ਸੈਕਟਰ ਜਿਵੇਂ ਦੇਖਾਂ ਤਾਂ ਬਿਜਲੀ 17,606 ਕਰੋੜ ਹੈ। ਐਜੂਕੇਸ਼ਨ ਠੀਕ ਹੈ, ਮੈਂ ਤਾਰੀਫ ਕਰਦਾ ਜੀ, ਇਹਦੇ ਲਈ ਹੋਰ ਵੱਧ ਰੱਖਣ ਕੋਈ ਗੱਲ ਨਹੀਂ, 17,975 ਕਰੋੜ। ਪੈਨਸ਼ਨ ਤੇ ਸਮਾਜ ਕਲਿਆਣ ਲਈ 13,987 ਕਰੋੜ, ਸਿਹਤ ਲਈ 5,000 ਹੈ ਨਾ, ਸ਼ਹਿਰੀ ਵਿਕਾਸ ਦੇ ਲਈ 5,000 ਕਰੋੜ ਤੋਂ ਉੱਪਰ। ਸੋ ਇਹ ਬਜਟ ਰੱਖਦਿਆਂ ਹੋਇਆ ਤੁਹਾਨੂੰ ਨਾਲ ਇਹਦਾ ਵਿਖਿਆਨ ਕਰਨਾ ਚਾਹੀਦਾ ਕਿ ਜੀ ਬਿਜਲੀ ਲਈ 17,000 ਕਰੋੜ ਆਊਗਾ ਕਿੱਥੋਂ। ਜੀ ਬਿਲਕੁਲ। ਜਾਂ ਕੀ ਤੁਸੀਂ ਟਰਾਂਸਪੋਰਟ ਵਿਭਾਗ ਨੂੰ ਪਿਛਲਾ ਮੁਫਤ ਸਕੀਮ ਵਾਲਾ ਦਿੱਤਾ ਕਿ ਬੀਬੀਆਂ ਦੀ ਮੁਫਤ ਸਕੀਮ ਜਾਰੀ ਰਹੂਗੀ। ਤੁਸੀਂ ਕਹਿ ਦਿੱਤਾ ਕਿ ਕਿਸਾਨਾਂ ਨੂੰ ਤੇ ਘਰਾਂ ਨੂੰ ਬਿਜਲੀ ਮੁਫਤ ਮਿਲਦੀ ਰਹੂਗੀ। ਭਾਈ ਪਿਛਲੀ ਤਾਰੇ ਹੈ, ਪਿਛਲੇ ਸਾਲ ਵਾਲਾ ਡੈਡ ਕਰਿਆ, ਹਿਸਾਬ ਕਿਤਾਬ ਨਵੇੜਿਆ 31 ਮਾਰਚ ਤੱਕ ਵਾਲਾ, ਤੇ ਨਵਾਂ ਫਿਰ ਜਦੋਂ ਪਿਛਲੇ ਨਹੀਂ ਤੁਹਾਡੇ ਪੂਰੇ ਹੋ ਰਹੇ, ਉਹ ਅਗਲੇ ਬਜਟ 'ਚ ਟਰਾਂਸਫਰ ਹੋਈ ਜਾਂਦੇ ਨੇ ਤੇ ਪੰਜਾਬ ਦੇ ਸਿਰ ਤੇ ਕਰਜ਼ਾ ਵਧੀ ਜਾਂਦਾ। ਤੇ ਇਹ ਨਹੀਂ ਅਸੀਂ ਕਹਿੰਦੇ ਕਿ ਕਰਜ਼ਾ ਤੁਸੀਂ ਉਹ ਚੱਕ ਰਹੇ ਹੋ, ਸਹੀ ਹੈ, ਪਿਛਲੀਆਂ ਸਰਕਾਰਾਂ ਚੱਕ ਕੇ ਗਈਆਂ, ਸਪੀਡ ਤੁਹਾਡੀ ਵੀ ਉਹਦੇ ਚੱਕਰ 'ਚ ਤੁਸੀਂ ਵੀ ਉਹਦੇ ਵਿਆਜ ਤਾਰਨ ਦੇ ਉੱਤੇ ਤੁਹਾਡੇ ਤੇ ਵੀ ਵਜਨ ਵੱਧ ਰਿਹਾ। ਪਰ ਤੁਹਾਡੇ ਕੋਲ ਤਾਂ ਯੋਜਨਾ ਸੀ ਖਜ਼ਾਨਾ ਭਰਨ ਦੀ, ਤੁਹਾਡੇ ਕੋਲ ਤਾਂ ਆਮਦਨ ਦੇ ਸਰੋਤ ਵਧਾਉਣ ਦੀ ਯੋਜਨਾ ਸੀ, ਜਿਹਦੇ ਨਾਲ ਪੰਜਾਬ ਦਾ ਕਰਜ਼ਾ ਵੀ ਉਤਰ ਜਾਣਾ ਸੀ ਤੇ ਰੰਗਲਾ ਪੰਜਾਬ ਬਣ ਜਾਣਾ ਸੀ। ਹੁਣ ਤੁਸੀਂ ਕਹਿੰਦੇ ਹੋ ਇੰਨੇ ਕਰੋੜ ਨਾਲ ਰੱਖ ਕੇ ਰੰਗਲਾ ਪੰਜਾਬ ਬਣੂਗਾ। ਸੋ ਇਹ ਸਕੀਮ ਨਹੀਂ ਸੀ ਜਨਾਬ, ਇੱਕ ਵਿਜ਼ਨ ਸੀ ਰੰਗਲਾ ਪੰਜਾਬ, ਜਿਹਨੂੰ ਸਿਰਫ ਟੈਗ ਲਾਈਨ ਦੇ ਕੇ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਲੋਕ ਮੂਰਖ ਨੇ, DC ਨੂੰ ਕੰਮ ਦੇਤਾ ਤੇ ਰੰਗਲਾ ਪੰਜਾਬ ਬਣ ਗਿਆ। ਜੀ ਬਿਲਕੁਲ। ਪੰਜਾਬ ਦੇ ਵਿੱਚ 2023-24 ਦੇ ਵਿੱਚ ਸਾਡੀ ਜਿਹੜੀ ਆਮਦਨ ਆ, ਪ੍ਰਤੀ ਵਿਅਕਤੀ ਆਮਦਨ, ਉਹ 106.7% ਦੀ ਜਿਹੜੀ ਘਟੀ ਆ। ਹਰਿਆਣਾ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਸ਼ਾਇਦ ਅਸੀਂ 15ਵੇਂ-16ਵੇਂ ਨੰਬਰ ਤੇ ਆ, ਹਰਿਆਣਾ ਚੌਥੇ ਨੰਬਰ ਤੇ ਆ। ਕਿੱਥੋਂ ਅਸੀਂ ਮੁਕਾਬਲਾ ਕਰ ਲਾਂਗੇ ਹਰਿਆਣਾ ਦਾ? ਕਰਜ਼ਾ ਬੇਸ਼ੱਕ ਉਹਨਾਂ ਸਿਰ ਵੱਧ। ਪ੍ਰਵੀਨ ਜੀ ਅੱਜ ਦੀ ਤਰੀਕ 'ਚ ਜੀ ਮਤਲਬ ਜੇ ਮੈਂ ਗੱਲ ਕਰਾਂ ਤਾਂ ਮਤਲਬ ਸਾਡੀ GDP ਦਾ 42% ਤੋਂ ਵੱਧ ਤਾਂ ਕਰਜ਼ਾ ਹੀ ਹੈ। ਬਿਲਕੁਲ ਸਹੀ, ਬਿਲਕੁਲ। ਤੇ ਜਿਹੜੀ ਤੁਸੀਂ ਪ੍ਰਤੀ ਵਿਅਕਤੀ ਆਮਦਨ ਦੀ ਗੱਲ ਕਰਦੇ ਹੋ, ਮੈਂ ਦੂਸਰੇ ਪਾਸੇ ਦੇ ਪ੍ਰਤੀ ਵਿਅਕਤੀ ਕਰਜ਼ਾ 1.25 ਲੱਖ ਦਾ ਹੈ,
ਹਰ ਬੰਦੇ ਤੇ। ਸਹੀ ਸਹੀ 1,24,912 ਰੁਪਈਏ। ਬਿਲਕੁਲ ਸਹੀ, ਬਿਲਕੁਲ। ਮਤਲਬ ਜਿਨ੍ਹਾਂ ਦੇ ਹੁਣੇ ਘਰੇ ਲੱਡੂ ਆਏ ਨੇ ਨਾ ਕਿ ਲੈ ਵੀ ਜਵਾਕ ਜੰਮ ਗਿਆ ਸਾਡੇ ਘਰੇ, ਉਹ ਜਵਾਕ 1 ਲੱਖ ਦਾ ਕਰਜ਼ਈ ਹੋ ਕੇ ਜੰਮਿਆ ਵਿਚਾਰਾ। ਸਹੀ ਹੈ, ਬਿਲਕੁਲ। 1.25 ਲੱਖ ਉਹਦਾ ਕੀ ਕਸੂਰ ਹੈ? ਸੋ ਪੰਜਾਬ ਦੇ ਵਿੱਚ ਹਰ ਬੰਦੇ ਦੇ ਸਿਰ ਦੇ ਉੱਤੇ 1,24,912 ਰੁਪਏ ਦਾ ਕਰਜ਼ਾ ਖੜਾ ਹੈ ਜਨਾਬ। ਸੋ ਘੱਟੋ ਘੱਟ ਇਹ ਧਨਾੜ ਜਿਹੜੇ ਆਪਣੀ ਇੱਕ ਮਹੀਨੇ ਤਨਖਾਹ ਦੇ ਕੇ ਆਪਣਾ ਕਰਜ਼ਾ ਤਾਂ ਲਾ ਲੈਣ, ਪਹਿਲਾਂ ਆਪਣੇ ਹਿੱਸੇ ਲਾ ਦੇਣ ਜੀ। ਸੋ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਪਸ਼ਟ ਕਰਦਾ ਕਿ ਯੋਜਨਾ ਤੇ ਕੋਈ ਕੰਮ ਨਹੀਂ, ਠੋਸ ਯੋਜਨਾ ਤੇ ਕੋਈ ਕੰਮ ਨਹੀਂ। ਤੇ ਇਸ ਸਥਿਤੀ 'ਚ ਅਸੀਂ ਖੜੇ ਹਾਂ। ਇਹਦੇ ਵਿੱਚੋਂ ਕੱਢਣ ਦੀ ਕੋਈ ਬਜਟ 'ਚ ਤਜਵੀਜ਼ ਨਜ਼ਰ ਆਈ ਹੋਵੇ ਤਾਂ ਮੈਨੂੰ ਦੱਸ ਦਿਓ। ਬਜਟ 'ਚ ਘੱਟੋ ਘੱਟ ਵਿਜ਼ਨ ਹੋਣਾ ਚਾਹੀਦਾ। ਅੰਕੜਿਆਂ ਦਾ ਬਜਟ ਨਹੀਂਗਾ ਕਿ ਤੁਸੀਂ ਖੜ ਕੇ ਪੜ੍ਹਤਾ ਤੇ ਗੱਲ ਖਤਮ ਹੋ ਗਈ। ਉਹਦੇ ਵਿੱਚ ਪੰਜਾਬ ਨੂੰ ਮਜ਼ਬੂਤ ਕਰਨ ਲਈ, ਪੰਜਾਬ ਦੀਆਂ ਪਾਲਿਸੀਆਂ ਨੂੰ ਲਿਆਉਣ ਲਈ, ਪੰਜਾਬ ਨੂੰ ਆਰਥਿਕ ਤੌਰ ਤੇ ਸੰਪੰਨ ਕਰਨ ਦੇ ਲਈ ਕੇਂਦਰ ਤੋਂ ਕਿੱਥੇ ਹੈ ਇਹਦੇ ਵਿੱਚ ਉਹ ਗੱਲ ਜਿਹੜੀ ਤੁਸੀਂ ਕਰ ਰਹੇ ਸੀਗੇ ਕਿ ਪੇਂਡੂ ਵਿਕਾਸ ਫੰਡ ਕਿੱਥੇ ਜ਼ਿਕਰ ਆਇਆ ਕਿ ਹਾਂ ਕਦੋਂ ਆਊਗਾ, ਕਿਵੇਂ ਆਊਗਾ? ਕਿੱਥੇ ਉਹਦਾ ਜ਼ਿਕਰ ਆ ਕਿ ਕੇਂਦਰ ਕੋਲ ਆਹ ਪੈਸਾ ਪਿਆ? ਮਤਲਬ ਅਸੀਂ ਚੱਲ ਕਿਵੇਂ ਰਹੇ ਹਾਂ? ਲੋ ਕਹਿੰਦੇ ਜੀ 47% ਸਾਡਾ ਜਿਹੜਾ ਕੁੱਲ ਬਜਟ ਆ, ਜੇ ਆਪਾਂ ਹਿਸਾਬ ਲਾਈਏ ਕਿ ਆਪਣਾ ਜਿੰਨਾ ਖਰਚਾ ਹੋਣਾ, ਉਹ ਚੋਂ 47% ਹੈ ਸਿਰਫ ਜਿਹੜਾ ਅਸੀਂ ਆਪਣੇ ਸਰੋਤਾਂ ਰਾਹੀਂ ਪੈਦਾ ਕਰਦੇ ਹਾਂ, ਤੇ 9.8 ਲਗਭਗ 10% ਹੈ ਜਿਹੜਾ ਅਸੀਂ ਹੋਰ ਸਰੋਤਾਂ ਰਾਹੀਂ ਸਾਡੇ ਕੋਲ ਪੈਦਾ ਹੁੰਦਾ। ਜੀ ਜੀ ਬਿਲਕੁਲ। ਸੋ ਜੇ ਮੈਂ ਇਹ ਦੇਖਾਂ ਤਾਂ 57% ਹੈ ਕੁੱਲ, ਤੇ ਬਾਕੀ ਜੀ 20% ਦੇ ਕਰੀਬ ਅਸੀਂ ਕੇਂਦਰ ਤੇ ਨਿਰਭਰ ਹਾਂ। ਤੇ ਜੇ ਅਸੀਂ ਕੇਂਦਰ ਤੇ ਨਿਰਭਰ ਹਾਂ ਤਾਂ ਕੇਂਦਰ ਵੀ ਤਾਂ ਸਾਡੇ ਤੇ ਨਿਰਭਰ। ਅਸੀਂ ਕਦੋਂ ਬੋਲਦੇ ਹਾਂ ਕਿ ਭਾਈ ਸਾਡੇ ਵਾਲੇ ਟੈਕਸ ਤੁਸੀਂ ਇਕੱਠੇ ਕਰੀ ਜਾਂਦੇ ਹੋ, ਸਾਨੂੰ ਸਮੇਂ ਸਿਰ ਦਿੰਦੇ ਹੀ ਨਹੀਂ, ਸਾਡੇ ਬਣਦੇ ਹੱਕ ਨਹੀਂ ਸਮਝ, ਤੁਸੀਂ ਉਹਦੇ ਲੜਾਈ ਕਦ ਲੜਦੇ ਨਜ਼ਰ ਆਉਂਦੇ? ਤੇ 27.5 27% ਸਾਡਾ ਸਾਰਾ ਕੰਮ ਕਰਜ਼ੇ ਦੇ ਸਿਰ ਤੋਂ ਚੱਲਦਾ ਜੀ ਜੀ। ਤੇ ਜਦੋਂ ਤੁਹਾਡਾ ਲਗਭਗ ਚੌਥਾ ਹਿੱਸਾ ਕਰਜ਼ੇ ਦੇ ਹਿਸਾਬ ਨਾਲ ਚੱਲੂਗਾ, ਚੌਥੇ ਤੋਂ ਵੀ ਵੱਧ ਹਿੱਸਾ, ਤੇ ਮੈਨੂੰ ਦੱਸੋ ਕਦੋਂ ਪੈਰਾਂ ਸਿਰ ਹੋਵਾਂਗੇ ਤੇ ਕਿਵੇਂ ਪੈਰਾਂ ਸਿਰ ਹੋਵਾਂਗੇ? ਤੇ ਤੁਸੀਂ ਆਪਣਾ VIP ਕਲਚਰ ਕੋਈ ਘਟਾਇਆ ਵੀ ਨਹੀਂ। ਤੁਸੀਂ ਪੰਜਾਬ ਦੇ ਮਤਲਬ ਕਿ ਖਰਚਿਆਂ ਨੂੰ ਕੰਟਰੋਲ ਕਰਨ ਦੇ ਲਈ ਵੀ ਕਿਤੇ ਕੋਈ ਨਜ਼ਰ ਨਹੀਂ ਆਇਆ, ਤੇ ਫਿਰ ਕਿਵੇਂ ਜਨਾਬ ਕਰਜ਼ਾ ਵਧੂਗਾ ਹੀ ਤੇ ਪੰਜਾਬ ਆਰਥਿਕ ਤੌਰ ਤੇ ਪਛੜੂਗਾ ਹੀ ਨਾ ਫਿਰ। ਬਿਲਕੁਲ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਵਿਧਾਨ ਸਭਾ ਦੀ ਹੋਈ ਸੀਚੇਵਾਲ ਮਾਡਲ ਨੂੰ ਲੈ ਕੇ, ਕਹਿੰਦੇ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਤੇ ਡਾਕਟਰ ਬਲਵੀਰ ਸ਼ਾਇਦ ਇਹ ਆਮੋ ਸਾਹਮਣੇ ਹੋਏ ਜੀ। ਵੈਸੇ ਤਾਂ ਬਜਟ ਸੈਸ਼ਨ ਦੇ ਕਈ ਰੰਗ ਨਜ਼ਰ ਆਏ ਜੀ। ਇਸ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਸਾਹਿਬ ਦੇ ਲਈ ਯੂਨੀਵਰਸਿਟੀ ਕਾਲਜਾਂ ਦੇ ਇਨਾਮ ਵੰਡ ਸਮਾਰੋਹ ਜ਼ਿਆਦਾ ਜ਼ਰੂਰੀ ਸੀ। ਠੀਕ ਹੈ। ਉਹਨਾਂ ਲਈ ਮਨੀਸ਼ ਸਿਸੋਦੀਆ ਨੂੰ ਗੁਲਦਸਤਾ ਦੇਣਾ, ਉਹਦੇ ਨਾਲ ਫੋਟੋ ਖਿਚਾਉਣੀ ਜ਼ਿਆਦਾ ਜ਼ਰੂਰੀ ਸੀ। ਵੈਸੇ ਤਾਂ ਅੱਜ ਟੈਬ ਨੂੰ ਪੰਜਾਬੀ ਸੱਭਿਆਚਾਰ ਵਾਲਾ ਪਹਿਰਾਵਾ ਪਾ ਕੇ ਲਿਆਏ ਸੀਗੇ ਹਰਪਾਲ ਚੀਮਾ ਜੀ, ਉਹਨੂੰ ਫੁਲਕਾਰੀ ਵਾਲਾ ਕਵਰ ਪਾ ਕੇ ਲਿਆਏ, ਫਿਰ ਉਸ ਟੈਬ ਨੂੰ ਮੁੱਖ ਮੰਤਰੀ ਦੇ ਘਰੇ ਜਾ ਕੇ ਮੱਥਾ ਟਿਕਾ ਕੇ ਲਿਆਏ, ਫਿਰ ਉਸ ਤੋਂ ਬਾਅਦ ਫੋਟੋ ਸੈਸ਼ਨ ਕਰਾਇਆ ਮੁੱਖ ਮੰਤਰੀ ਸਾਹਿਬ ਨਾਲ, ਤੇ ਮੁੱਖ ਮੰਤਰੀ ਸਾਹਿਬ ਆਏ ਗਈ ਹੋਏ ਅੱਜ ਵੀ ਬਜਟ ਸੈਸ਼ਨ 'ਚ, ਨਾ ਉਹ ਰਾਜਪਾਲ ਦੇ ਭਾਸ਼ਣ ਨੂੰ ਸਮੇਟਣ ਲਈ ਆਏ ਤੇ ਨਾ ਬਜਟ ਦੇ ਉੱਤੇ ਕੋਈ ਵੈਸ। ਹੁਣ ਅਖੀਰਲੇ ਦਿਨ ਆ ਜਾਣਗੇ ਚੁੱਕੇ ਛੱਕੇ ਲਾਉਣ, ਆਪਣਾ ਭਾਸ਼ਣ ਦੇ ਕੇ ਹੋ ਗਏ ਜੀ ਜੀ। ਸੋ ਬਜਟ ਸੈਸ਼ਨ ਕੁਝ ਸੁਣਨ ਲਈ, ਕੁਝ ਸੁਣਾਉਣ ਲਈ, ਕੁਝ ਦੇਖਣ ਲਈ, ਕੁਝ ਸਮਝਣ ਲਈ, ਕੁਝ ਬੋਲਣ ਲਈ, ਕੁਝ ਦੱਸਣ ਲਈ, ਕੁਝ ਆਪਣੇ ਅੰਦਰ ਇਕੱਠਾ ਕਰਨ ਲਈ ਵੀ ਹੁੰਦਾ। ਪਰ ਤੁਸੀਂ ਜਨਾਬ ਆਓ ਤੇ ਆਪਣੀ ਗੱਲ ਕਹਿ ਕੇ ਜਾਓ। ਜੇ ਉਹ ਹਾਲ ਵਿਰੋਧੀਆਂ ਦਾ ਕਿ ਉਹ ਦੂਈ ਵਾਰ ਬਾਈਕਾਟ ਕਰ ਜਾਂਦੇ ਨੇ, ਆਪਣੀ ਗੱਲ ਕਹਿ ਜਾਂਦੇ ਨੇ ਜਿੰਨੀ ਕਹਿ ਹੁੰਦੀ ਹੈ, ਉਹ ਹਾਲ ਸੱਤਾਧਾਰੀ ਧਿਰ ਦਾ। ਸਹੀ ਹੈ। ਇੱਕ ਦਿਨ ਹਾਲ ਤੇ ਸੀ 117 ਚੋਂ 39 MLA ਅੰਦਰ ਬੈਠੇ ਸੀ ਜਦੋਂ ਸੈਸ਼ਨ ਚੱਲ ਰਿਹਾ ਸੀ। ਇਹ ਪਰਸੋਂ ਦੀ ਗੱਲ ਹੈ। ਅੱਛਾ। 39 ਜਾਂ 40 MLA ਸੀ 117 ਚੋਂ। ਮੈਂ ਕਿਸੇ ਧਿਰ ਦੀ ਗੱਲ ਨਹੀਂ ਕਰਦਾ। ਕੈਬਨਿਟ ਦੇ ਵਿੱਚੋਂ ਸਿਰਫ 6 ਮੰਤਰੀ ਬੈਠੇ ਸੀ ਅੰਦਰ। ਜੀ ਜੀ। ਤੇ ਕੱਲ ਬਜਟ ਵਾਲੇ ਦਿਨ ਮੰਤਰੀ ਤਾਂ ਵਾਸੀਆਂ ਲਈ ਜਾਂਦੇ ਸੀ, ਮੰਤਰੀ ਫੋਨ ਕੱਢ ਕੇ, ਉਹ ਵੀ ਉਹ ਜਿਹੜੇ ਹਰਪਾਲ ਚੀਮਾ ਦੇ ਫਰੇਮ 'ਚ ਦਿਖਦੇ ਆ, ਬਾਕੀ ਜਿਹੜੇ ਫਰੇਮ 'ਚ ਨਹੀਂ ਦਿਖੇ ਉਹਨਾਂ ਦੀ ਗੱਲੇ ਨਹੀਂ। ਠੀਕ ਹੈ। ਅੱਛਾ। ਪਿੱਛੇ ਬੈਠੇ ਜਨਾਬ ਨੇ ਫੋਨ ਕੱਢ ਲਿਆ, ਬਰਿੰਦਰ ਗੋਇਲ ਹੈ ਜੀ ਮੰਤਰੀ। ਅੱਛਾ। ਫੋਨ ਕੱਢ ਕੇ ਸੁਣ ਰਿਹਾ ਤੇ ਤੁਹਾਡਾ ਵਿੱਤ ਮੰਤਰੀ ਬਜਟ ਪੇਸ਼ ਕਰ ਰਿਹਾ, ਤੇ ਨਾਲ ਵਾਲੇ ਨਾਲ ਘੁਸਰ ਮੁਸਰ ਕਰੀ ਜਾਂਦਾ। ਵਿੱਤ ਮੰਤਰੀ ਦੀ ਪਿੱਠ ਦੇ ਪਿੱਛੇ ਨੂੰ ਸਿਰ ਕਰਕੇ ਦੋ ਜਣੇ ਘੁਸਰ ਮੁਸਰ ਵੀ ਕਰੀ ਜਾਂਦੇ ਨੇ, ਦੰਦੀਆਂ ਵੀ ਕੱਢੀ ਜਾਂਦੇ ਨੇ, ਹੈਨਾ, ਤੇ ਅਵਾਸੀਆਂ ਵੀ ਆਈ ਜਾਂਦੀਆਂ ਨੇ। ਤੇ ਸਿਰਾ ਤਾਂ ਤਦ ਹੋ ਗਿਆ ਜਦੋਂ ਇਹਨਾਂ ਤੋਂ ਪਿਛਲੀ ਲਾਈਨ ਚੋਂ ਇੱਕ MLA ਉੱਠਿਆ ਤੇ ਗੁਣਗਾਨ ਕਰਨ ਲੱਗ ਪਿਆ। ਚੱਲਦੇ ਬਜਟ ਦੇ ਬਜਟ ਪੇਸ਼ ਕਰ ਰਿਹਾ ਵਿੱਤ ਮੰਤਰੀ, ਹਰਪਾਲ ਚੀਮਾ ਜੀ ਦਾ ਗੁਣਗਾਨ ਤੇ ਉਹਦਾ ਮੁੱਖ ਮੰਤਰੀ ਸਾਹਿਬ ਦਾ ਗੁਣਗਾਨ। ਸਪੀਕਰ ਸਾਹਿਬ ਅੱਜ ਕੱਲ ਖਾਸੇ ਤਲਖ ਹੋਏ ਨੇ, ਕਹਿੰਦੇ ਬੈਠ ਬੈਠ ਬੈਠ, ਦਿਖਦਾ ਨਹੀਂ ਕਿ ਬਜਟ ਪੇਸ਼ ਹੋ ਰਿਹਾ। ਉਹ ਹਰਪਾਲ ਚੀਮਾ ਨੂੰ ਰੁਕਣਾ ਪੈ ਗਿਆ। ਸਹੀ ਹੈ। ਇਹ ਤਾਂ ਸਥਿਤੀ ਹੈ। ਚਲੋ ਇਹ ਤੋਂ ਗਾਂ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ, ਬਿਲਕੁਲ ਪੰਜਾਬ ਦੇ ਵਿੱਚ ਕਾਫੀ ਚਰਚਾ 'ਚ ਰਹਿੰਦਾ ਹੈ ਸੰਤ ਸੀਚੇਵਾਲ ਹੋਰਾਂ ਦਾ ਸੀਚੇਵਾਲ ਮਾਡਲ। ਠੀਕ ਹੈ ਜੀ।
ਸੰਤ ਬਲਬੀਰ ਸਿੰਘ ਸੀਚਲ ਹੁਣ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਕੋਟੇ ਚੋਂ। ਬੇਸ਼ੱਕ ਉਹ ਕਹਿੰਦੇ ਕਿ ਮੈਂ ਪਾਰਟੀ ਦੇ ਪਲੇਟਫਾਰਮ ਤੇ ਕਿਤੇ ਨਜ਼ਰ ਨਹੀਂ ਆਉਂਗਾ, ਤੇ ਉਹ ਸਿੱਧੇ ਰੂਪ ਚ ਨਜ਼ਰ ਵੀ ਨਹੀਂ ਆਉਂਦੇ, ਪਰ ਤਾਂ ਵੀ ਉਹਨਾਂ ਦੇ ਕੋਟੇ ਚੋਂ ਨੇ। ਇਸ ਲਈ ਕੱਲ ਪ੍ਰਤਾਪ ਬਾਜਵੇ ਨੇ ਨਿਸ਼ਾਨੇ ਤੇ ਲਿਆ। ਸਾਨੂੰ ਨਹੀਂ ਪਤਾ ਕਿ ਉਹਨਾਂ ਤੋਂ ਕੋਈ ਗਲਤੀ ਨਾਲ ਹੋ ਗਿਆ ਇਹ ਕੰਮ, ਠੀਕ ਹੈ, ਕਿ ਉਹ ਟਪੜਾ ਖਾ ਗਏ ਜਾਂ ਉਹ ਕਿਸੇ ਤਹਿ ਰਣਨੀਤੀ, ਕਿਉਂਕਿ ਵਿਰੋਧੀ ਧਿਰ ਦਾ ਲੀਡਰ ਆ ਤੇ ਆਪਣੇ ਆਪ ਨੂੰ ਘਾਕ ਲੀਡਰ ਸਮਝਦਾ, ਤੇ ਇੱਕ ਅੱਧੀ ਲਾਈਨ 'ਚ ਕੋਈ ਟਪੜਾ ਖਾ ਸਕਦਾ ਬੰਦਾ, ਪਰ ਪੂਰੀ ਕਹਾਣੀ ਸੁਣਾਵੇ, ਇੱਕ ਵਾਰ ਨਹੀਂ 2-3 ਵਾਰ ਸੁਣਾਵੇ, ਦਾ ਮਤਲਬ ਉਹ ਤਹਿ ਨੀਤੀ ਨਾਲ ਆਇਆ ਸੀਗਾ। ਸਹੀ ਹੈ, ਬਿਲਕੁਲ, ਕਿ ਉਹਨੇ ਸਿੰਚਲ ਹੋਰਾਂ ਨੂੰ ਨਿਸ਼ਾਨੇ ਤੇ ਲੈਣਾ। ਹੁਣ ਉਹਦੇ ਰਾਹੀਂ ਉਹਨੇ ਕਿਉਂ ਨਿਸ਼ਾਨੇ ਤੇ ਲਿਆ, ਇਹ ਉਹੀ ਦੱਸ ਸਕਦੇ। ਸਹੀ ਸੀ, ਬਿਲਕੁਲ ਜੀ। ਉਹ ਕਹਿੰਦੇ ਜੀ ਤੁਸੀਂ ਬਹੁਤ ਗੋਗਾ ਗਾਉਂਦੇ ਹੋ, ਸਿੰਚੇਵਾਲ ਮਾਡਲ, ਸਿੰਚੇਵਾਲ ਮਾਡਲ। ਕਿਹੜਾ ਸਿੰਚੇਵਾਲ ਮਾਡਲ? ਕਹਿੰਦੇ ਜੋ ਕੋਈ ਇੰਜੀਨੀਅਰ ਨੇ। ਤੇ ਇਸ ਦੇ ਉੱਤੇ ਸਾਡੇ ਸਪੀਕਰ ਸਾਹਿਬ ਨੇ ਵੀ ਕਿਹਾ ਕਿ ਪ੍ਰਤਾਪ ਬਾਜਵਾ ਜੀ ਪਹਿਲਾਂ ਸਿੰਚੇਵਾਲ ਜਾ ਕੇ ਆਓ, ਮਾਡਲ ਦੇਖ ਕੇ ਆਓ, ਫੇਰ ਗੱਲ ਕਰਿਓ, ਏਦਾਂ ਸ਼ੋਭਦਾ ਨੀਗਾ। ਤੇ ਪ੍ਰਤਾਪ ਬਾਜਵਾ ਕਹਿੰਦਾ ਮੈਂ ਗਿਆ ਹੋਇਆ, ਮੈਂ ਸਾਰਾ ਕੁਝ ਦੇਖਿਆ ਹੋਇਆ, ਮੈਨੂੰ ਪਤਾ ਹੈ, ਮੈਂ ਤਾਂ ਹੀ ਗੱਲ ਕਰ ਰਿਹਾ। ਕਹਿੰਦਾ ਜਦੋਂ ਬੰਦਾ ਇੰਜੀਨੀਅਰ ਨੀਗਾ, ਤੁਸੀਂ ਉਹਦੇ ਮਾਡਲ ਨੂੰ ਗੋਗਾ ਗਈ ਜਾਂਦੇ ਹੋ। ਤੁਹਾਡੇ ਕੋਲ ਪੈਕ ਦਾ ਮਾਡਲ ਹੈ, ਤੁਹਾਡੇ ਕੋਲ ਥਾਪਰ ਯੂਨੀਵਰਸਿਟੀ ਦਾ ਮਾਡਲ ਹੈ, ਤੁਹਾਡੇ ਕੋਲ ਪੰਜਾਬ ਯੂਨੀਵਰਸਿਟੀ ਦਾ ਮਾਡਲ ਹੈ, ਉਹਨਾਂ ਨੂੰ ਅਪਣਾ ਲਓ ਕਹਿੰਦੇ। ਤੇ ਜੀ ਇਸ ਗੱਲ ਦੇ ਉੱਤੇ ਫਿਰ ਡਾਕਟਰ ਬਲਬੀਰ ਵੀ ਤਲਬ ਹੋਏ। ਉਹਨਾਂ ਨੇ ਕਿਹਾ ਵੀ ਇਹ ਕਿੱਥੋਂ ਦਾ ਸਿਧਾਂਤ ਆ ਗਿਆ ਕਿ ਜੇ ਵਿਗਿਆਨੀ ਹੋਊਗਾ ਤਾਂ ਉਹੀ ਕੰਮ ਕਰ ਸਕਦਾ। ਉਹਨਾਂ ਨੇ ਫਿਰ ਪਿਛੋਕੜ ਚੋਂ ਕਈ ਸਾਡੀਆਂ ਬੁੱਧੀਜੀਵੀਆਂ, ਸਾਡੀਆਂ ਸ਼ਖਸੀਅਤਾਂ, ਸਾਡੀਆਂ ਹਸਤੀਆਂ, ਸਾਡੇ ਗੁਰੂ ਸਾਹਿਬਾਨਾਂ, ਉਹਨਾਂ ਦੇ ਫਲਸਫੇ ਚੋਂ ਉਹਨਾਂ ਨੇ ਕਈ ਉਦਾਹਰਨਾਂ ਦੇ ਕੇ ਇਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਤੇ ਪ੍ਰਤਾਪ ਬਾਜਵਾ ਫੇਰ ਕਰਨ, ਉਹ ਕਹਿੰਦਾ ਮੈਨੂੰ ਪਤਾ ਤੁਸੀਂ ਕਿਉਂ ਗੁਣਗਾਨ ਗਾ ਰਹੇ ਹੋ, ਕਿਉਂਕਿ ਤੁਹਾਡਾ ਉਹ ਰਾਜ ਸਭਾ ਮੈਂਬਰ ਹੈ। ਉਹ ਅੱਛਾ, ਮਤਲਬ ਲਗਭਗ ਜਿਵੇਂ ਸਿੱਧਾ ਹੋ ਕੇ ਹੀ ਆਏ ਸੀ ਗੱਲ, ਕਿ ਮੈਨੂੰ ਨਹੀਂ ਪਤਾ ਉਹਦਾ ਕਾਰਨ ਕੀ ਸੀ। ਉਹ ਕਹਿੰਦੇ ਕਿਹੜੇ ਸਿੰਚੇਵਾਲ ਮਾਡਲ ਦੀ ਗੱਲ ਕਰਦੇ ਹੋ ਜਿਹੜਾ ਫੇਲ ਹੋ ਗਿਆ? ਉੱਥੇ ਉਹਨਾਂ ਨੇ ਕਿਹਾ ਵੀ, ਕਹਿੰਦੇ ਕਿ ਭਾਈ ਉਹ ਖੇਤਾਂ ਨੂੰ ਜਦੋਂ ਪਾਣੀ ਲੱਗਦਾ ਉਹ ਟੈਸਟਡ ਪਾਣੀ ਆ ਹੁਣ, ਕਿ ਉਹ ਸਹੀ ਹੈ। ਉਹ 3 ਖੂਹ ਵਾਲੀ ਪ੍ਰਕਿਰਿਆ, ਕਿ ਪਹਿਲਾਂ ਇੱਕ ਖੂਹ 'ਚ, ਫਿਰ ਦੂਏ 'ਚ, ਫਿਰ ਤੀਏ 'ਚ, ਉਸ ਤੋਂ ਬਾਅਦ ਉਹ ਇੰਨਾ ਪਾਣੀ ਇਸ ਲਾਇਕ ਹੋ ਜਾਂਦਾ ਸੀਵਰੇਜ ਵਾਲਾ ਕਿ ਉਹ ਖੇਤਾਂ ਨੂੰ ਲਾਇਆ ਜਾ ਸਕਦਾ। ਕਹਿੰਦੇ ਉਹ ਟੈਸਟਡ ਹੈ। ਪਰ ਪ੍ਰਤਾਪ ਬਾਜਵਾ ਕਿੱਥੇ ਸੁਣਨ ਵਾਲੇ ਸੀ, ਨਹੀਂ ਸੁਣਦੇ। ਉਹ ਕਹਿੰਦੇ ਵੀ ਮੈਨੂੰ ਪਤਾ ਹੈ, ਉਹ ਪਾਈਪਾਂ ਵੇਚਣ ਵਾਲਾ ਬਾਬਾ ਹੈ ਨਾ, ਉਹ ਤਾਂ ਠੇਕੇਦਾਰ, ਉਹ ਤਾਂ ਠੇਕੇਦਾਰੀ ਕਰਦਾ, ਕਹਿੰਦੇ ਪਾਈਪਾਂ ਵੇਚਦਾ। ਠੀਕ ਹੈ, ਮਤਲਬ ਉਹਨਾਂ ਦਾ ਦ੍ਰਿਸ਼ ਕੱਲ ਉਹੋ ਜਿਹਾ ਘੜਿਆ ਵਾ ਸੀ ਕਿ ਜਿਵੇਂ ਨੈਸ਼ਨਲ ਪੱਧਰ ਦੇ ਉੱਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਬਾਬਾ ਨਾ ਇੱਕ, ਹਾਂਜੀ ਹੈਗਾ, ਉਵੇਂ ਇਹ ਹੁਣ ਪਾਈਪਾਂ ਵੇਚਣ ਵਾਲਾ ਬਾਬਾ। ਸੋ ਉਹਨਾਂ ਨੇ ਉੱਥੇ ਲਿਆ ਕੇ ਗੱਲ ਖੜੀ ਕੀਤੀ ਹੈ। ਤੇ ਉਸ ਤੋਂ ਬਾਅਦ ਖੁਦ ਸੰਤ ਬਲਬੀਰ ਸਿੰਘ ਸਿੰਚੇਵਾਲ ਹੋਰਾਂ ਦੀ ਵੀ ਇੱਕ ਵੀਡੀਓ ਸਾਹਮਣੇ ਆਈ। ਠੀਕ ਹੈ, ਉਹਨਾਂ ਨੇ ਉਸ ਵੀਡੀਓ 'ਚ ਕਿਹਾ ਕਿ ਮੈਨੂੰ ਨਹੀਂ ਪਤਾ ਪ੍ਰਤਾਪ ਬਾਜਵਾ ਏਦਾਂ ਕਿਉਂ ਬੋਲ ਰਹੇ ਸੀ, ਕਿਉਂਕਿ ਜਦੋਂ ਨਹੀਂ ਹਟੇ ਆਮੋ ਸਾਹਮਣਾ ਹੋਣ ਤੋਂ, ਤਾਂ ਪ੍ਰਤਾਪ ਬਾਜਵਾ ਨੇ ਇੱਕ ਹੋਰ ਗੱਲ ਵੀ ਕਹਿਤੀ। ਉਹ ਕਹਿੰਦਾ ਤੁਸੀਂ, ਕਿਉਂਕਿ ਬਲਬੀਰ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ, ਬਈ ਨੂੰ ਮੁੜ ਕੇ ਸੁਰਜੀਤ ਕਰਤਾ, ਪਾਣੀ ਥੱਲਿਓਂ ਫੁੱਟ ਪਏ ਉਹਦੇ, ਹੈਨਾ, ਤੇ ਇਸ ਲਈ ਉਹ ਪਾਣੀ ਆਪ ਮਾਰੇ। ਉਹ ਕਹਿੰਦਾ ਕਿਹੜੇ ਪਾਣੀ? ਉਸੇ ਪਾਣੀ ਦੀ ਗੱਲ ਕਰਦੇ ਹੋ ਜਿਹਨੂੰ ਪੀ ਕੇ ਤੁਹਾਡਾ ਮੁੱਖ ਮੰਤਰੀ 4 ਦਿਨ ਹਸਪਤਾਲ 'ਚ ਰਿਹਾ। ਉਹ ਅੱਛਾ, ਗੱਲ ਇੱਥੋਂ ਤੱਕ ਵੱਧ ਗਈ, ਇੱਥੋਂ ਤੱਕ। ਤੇ ਇਸ ਗੱਲ ਨੂੰ ਫਿਰ ਸੰਤ ਬਲਬੀਰ ਸਿੰਘ ਸਿੰਚੇਵਾਲ ਵੀ ਕਹਿੰਦੇ ਨਜ਼ਰ ਆਏ। ਉਹ ਕਹਿੰਦੇ ਵੀ ਬਈ ਦਾ ਪਾਣੀ ਸ਼ੁੱਧ ਪਾਣੀ ਹੈ, ਉਹ 'ਚ ਸੰਗਤ ਰੋਜ਼ ਇਸ਼ਨਾਨ ਕਰਦੀ ਹੈ, ਅਸੀਂ ਰੋਜ਼ ਪੀਂਦੇ ਹਾਂ। ਆਜੋ, ਮੈਂ ਅੱਜ ਪੀ ਕੇ ਦਿਖਾਉਣਾ, ਕੱਲ ਨੂੰ ਵੀ ਆਜੋ, ਰੋਜ਼ ਆ ਜਾਣ ਮੀਡੀਆ ਵਾਲੇ, ਮੈਂ ਸਾਹਮਣੇ ਰੋਜ਼ ਪੀਊਂਗਾ। ਤੇ ਜਦੋਂ ਸਵਾਲ ਹੈ ਕਿ ਉਹ ਤਾਂ ਇਹ ਕਹਿੰਦਾ ਜੀ ਕਿ ਮੁੱਖ ਮੰਤਰੀ, ਕਹਿੰਦਾ ਮੈਨੂੰ ਨਹੀਂ ਪਤਾ ਮੁੱਖ ਮੰਤਰੀ ਨੂੰ ਕਿਹੜੀ ਬਿਮਾਰੀ ਹੈ। ਉਹ ਅੱਛਾ, ਇਹਦਾ ਮਤਲਬ ਕੁਛ ਹੈਗਾ ਤਾਂ ਸੀ ਨਾ। ਉਹ ਕਹਿੰਦੇ ਮੈਨੂੰ ਨਹੀਂ ਪਤਾ ਕਿ ਉਹ ਇਲਾਜ ਕਾਹਦੇ ਲਈ ਹੋਇਆ, ਕਿਉਂ ਕਰਾਉਣਾ ਪਿਆ, ਕੀ ਹੋਇਆ, ਉਹ ਪਾਣੀ ਦਾ ਕੋਈ ਮਸਲਾ ਨਹੀਂ ਆਪਾਂ ਕਹਿੰਦੇ, ਪਰ ਮੈਂ ਵੇਈ ਦੇ ਪਾਣੀ ਦੀ ਸਫਾਈ ਦੇ ਸਕਦਾ। ਹਾਂ, ਉਹ ਕਹਿੰਦੇ ਮੁੱਖ ਮੰਤਰੀ ਦੀ ਬਿਮਾਰੀ ਦਾ ਮੈਨੂੰ ਨਹੀਂ ਪਤਾ ਕੀ ਸੀ। ਸੋ ਉੱਥੇ ਖਾਸਾ ਉਹ ਬੋਲਣ ਲੱਗੇ, ਅੜਕੇ ਵੀ 2-3 ਵਾਰ ਇਹ ਸ਼ਬਦ ਕਹਿੰਦੇ ਆ। ਤੇ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜਾ ਅਸੀਂ ਟ੍ਰੀਟਮੈਂਟ ਪਲਾਂਟ ਚਲਾਉਂਦੇ ਆ, ਜਿਹੜੇ ਅਸੀਂ ਇਹ ਪਿੰਡਾਂ ਦੇ ਵਿੱਚ ਪਾਏ ਨੇ, ਕਿੰਨੇ ਪਿੰਡਾਂ ਦੇ ਵਿੱਚ, ਉਹ ਕਹਿੰਦੇ ਭਾਈ ਨਹੀਂ ਪ੍ਰਤਾਪ ਬਾਜਵੇ ਨੂੰ ਪਸੰਦ ਆਪਣੇ ਪਿੰਡ ਨਾ ਪਵਾਵੇ, ਅਸੀਂ ਥੋੜਾ ਕਹਿੰਦੇ ਕਿ ਸਾਡੇ ਵਾਲੀ ਮਾਡਲ ਪਵਾਵੇ। ਪਰ ਏਦਾਂ ਕਹਿੰਦੇ ਭੰਡਣਾ ਗਲਤ ਹੈ, ਕਿਉਂਕਿ ਇਹ ਮਾਡਲ ਕਹਿੰਦੇ ਕਾਮਯਾਬ ਹੈ। ਇਹਦੇ ਨਾਲ ਸੀਵਰੇਜ ਵਾਲਾ ਪਾਣੀ ਖੇਤੀ ਨੂੰ ਲਾਉਣ ਦੇ ਲਾਇਕ ਹੋ ਜਾਂਦਾ, ਉਹਦੇ ਨਾਲ ਕਿੰਨਾ ਪਾਣੀ ਸਾਡਾ ਬਚਦਾ। ਤੇ ਉਹਨਾਂ ਨੇ ਕਿਹਾ ਕਿ ਟੈਸਟਡ ਪ੍ਰਕਿਰਿਆ, ਇਹਦੇ ਵਿੱਚ ਕੋਈ ਉਹ ਨਹੀਂਗਾ। ਤੇ ਜੇ ਵਿਰੋਧੀ ਧਿਰ ਦੇ ਨਾਲ ਤੇ ਭੰਡਣਾ ਭੰਡੀ ਜਾਣ, ਪਰ ਮੈਂ ਤਾਂ ਪੰਜਾਬ ਦਾ ਨੁਮਾਇੰਦਾ, ਮੈਂ ਕਿਸੇ ਧਿਰ ਦਾ ਨਹੀਂਗਾ। ਉਹਨਾਂ ਨੇ ਇਹ ਗੱਲਾਂ ਦੁਹਰਾਈਆਂ ਨੇ। ਪਰ ਕੱਲ ਉਹ ਜਿਵੇਂ ਪ੍ਰਤਾਪ ਬਾਜਵਾ ਤੈਅ ਕਰਕੇ ਆਏ ਸੀ ਕਿ ਇਸ ਬਾਬੇ ਨੂੰ ਠੇਕੇਦਾਰ ਬਾਬਾ ਸਾਬਤ ਕਰਨਾ। ਜੀ ਜੀ, ਬਿਲਕੁਲ। ਉਧਰ ਗੱਲ ਕਰੀਏ ਆਪਣੇ ਪੰਜਾਬ ਦੇ ਬਜਟ ਦੀ, ਤਾਂ ਆਪਾਂ ਗੱਲ ਕਰ ਚੁੱਕੇ ਹਾਂ ਸ਼ਰਮਾ ਜੀ। SGPC ਦੇ ਬਜਟ ਤੇ ਪਹਿਲਾਂ ਦੋਵੇਂ ਪਾਸੇ ਕਹਿੰਦੇ ਗੁਪਤ ਬੈਠਕਾਂ ਹੋਈਆਂ ਨੇ। ਹਾਂ, ਦੇਖੋ ਬੈਠਕਾਂ ਦਾ ਦੌਰ ਤਾਂ ਚੱਲਦਾ ਹੀ ਰਹਿੰਦਾ ਹੁੰਦਾ, ਔਰ ਖਾਸ ਕਰਕੇ ਹੁਣ ਬਜਟ ਇਜਲਾਸ ਤੋਂ ਪਹਿਲਾਂ ਬੀਬੀ ਕਿਰਨਜੋਤ ਕੌਰ ਨਾ 42 ਮੈਂਬਰਾਂ ਦੇ ਦਸਤਖਤ ਕਰਾ ਕੇ ਇੱਕ ਚਿੱਠੀ ਭੇਟ ਕਰਿਆ ਇਹਨੇ SGPC ਵਾਲਿਆਂ ਨੂੰ, ਕਿਹਾ ਸੰਭੋ ਇਹ ਇੰਨੇ ਮੈਂਬਰਾਂ ਦੀ ਮੰਗ ਹੈ ਕਿ ਇੱਥੇ ਜਥੇਦਾਰਾਂ ਦੀ ਬਹਾਲੀ ਦਾ ਮਤਾ ਆਉਣਾ ਚਾਹੀਦਾ।
ਸੋ ਹੁਣ ਇੱਕ ਮੈਂਬਰ ਨੇ ਤਾਂ ਇਹ ਵੀ ਮੰਗ ਕੀਤੀ ਹੈ ਵੀ ਕਿ ਉਹ ਬਾਕੀ ਮਤਿਆਂ 'ਚ ਰੌਲੇ 'ਚ ਪਾਸ ਨਹੀਂ ਹੋਣਾ ਚਾਹੀਦਾ, ਉਹਦੇ ਤੇ ਵੱਖਰੀ ਬਹਿਸ ਹੋਣੀ ਚਾਹੀਦੀ। ਠੀਕ ਹੈ। ਹੁਣ ਐਸਜੀਪੀਸੀ ਨੂੰ ਇਹ ਡਰ, ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਖਾਸ ਕਰ ਜਿਹੜੀ ਕਾਬਜ ਧਿਰ ਹੈ, ਬਾਦਲ ਧਿਰ ਵਾਲੀ ਐਸਜੀਪੀਸੀ ਦੇ ਨੁਮਾਇੰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈਗਾ ਕਿ ਇਹ ਤਾਂ 42 ਨੇ, ਇਹਨਾਂ ਨੇ ਨੰਗੇ ਚਿੱਟੇ ਹੋ ਕੇ ਲਿਖਤਾ ਕਿ ਅਸੀਂ ਤਾਂ ਇਸ ਤੇ ਬਾਤ ਪਾਵਾਂਗੇ। ਪਤਾ ਇਹ ਵੀ ਲੱਗ ਰਿਹਾ ਕਿ ਕੁਝ ਮੈਂਬਰਾਂ ਨੇ ਕਿਹਾ ਕਿ ਅਸੀਂ ਦਸਤਖਤ ਤਾਂ ਨਹੀਂ ਕਰਦੇ, ਪਰ ਉੱਥੇ ਤੁਹਾਡੇ ਨਾਲ ਖੜ ਜਾਾਂਗੇ ਅੰਦਰ। ਠੀਕ ਹੈ। ਜਦੋਂ ਗੱਲ ਆਈ ਤਾਂ ਇਹ ਫਿਕਰ ਬਾਦਲ ਧਿਰ ਨੂੰ ਡਰਾ ਰਿਹਾ ਕਿ ਕਿਤੇ ਉਲਟ ਨਾ ਹੋ ਜਾਵੇ। ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਉੱਥੇ ਉਲਟ, ਦੂਏ ਪਾਸੇ ਬਾਬਾ ਧੂਮਾ ਵੀ ਲੱਗੇ ਨੇ ਤੇ ਧੂਮਾ ਨੂੰ ਮਨਾਉਣ ਦੀ ਪ੍ਰਕਿਰਿਆ, ਗੁਪਤ ਬੈਠਕਾਂ ਉੱਥੇ ਵੀ ਹੋ ਰਹੀਆਂ ਨੇ ਤੇ ਧੂਮਾ ਕਹਿੰਦਾ ਪਹਿਲਾਂ ਮੈਂ ਸ਼ਕਤੀ ਪ੍ਰਦਰਸ਼ਨ ਕਰੂੰਗਾ, ਉਹ ਤੋਂ ਬਾਅਦ ਦੇਖੂੰਗਾ। ਸੋ ਉਹਨੇ ਆਪਣਾ ਹੁਣ ਉਹ ਮਤਲਬ ਕਿ ਇਹਨਾਂ ਦਾ ਨੱਕ ਭੰਨਣਾ ਕਿ ਦੇਖੋ ਤੁਸੀਂ ਕਹਿੰਦੇ ਸੀਗੇ ਸ੍ਰੀ ਅਨੰਦਪੁਰ ਸਾਹਿਬ ਪੰਥਕ ਇਕੱਠ ਨਹੀਂ ਹੋਇਆ ਜੀ, ਉਹ ਕਹਿੰਦਾ ਪਹਿਲਾਂ ਇਕੱਠ ਕਰੂੰਗਾ ਫਿਰ ਗੱਲ ਕਰਾਂਗੇ। ਇੱਧਰ ਸੁਖਬੀਰ ਸਿੰਘ ਬਾਦਲ ਆਪਣੇ ਧੜੇ ਦੇ ਐਸਜੀਪੀਸੀ ਮੈਂਬਰਾਂ ਨਾਲ ਬੈਠਕਾਂ ਕਰ ਰਹੇ ਨੇ, ਗੁਪਤ ਬੈਠਕਾਂ ਕਰ ਰਹੇ ਨੇ। ਖੁਦ ਸੁਖਬੀਰ ਸਿੰਘ ਬਾਦਲ, ਨਾ ਉਹ ਐਸਜੀਪੀਸੀ ਦੇ ਪ੍ਰਧਾਨ, ਨਾ ਉਹ ਅਕਾਲੀ ਦਲ ਬਾਦਲ ਧਿਰ ਦੇ ਪ੍ਰਧਾਨ, ਨਾ ਕੋਈ ਲੇਗਾ ਦੇਗਾ। ਇਹਦਾ ਮਤਲਬ ਫਿਰ ਆਪਾਂ ਤਾਂ ਪਹਿਲਾਂ ਹੀ ਕਹਿੰਦੇ ਆਏ ਕਿ ਵੀ ਕੌਣ ਹੱਕ ਹੈ, ਸਭ ਨੂੰ ਪਤਾ ਹੀ ਹੈ। ਤੇ ਇਸ ਲਈ ਉਹਨਾਂ ਦੀ ਬੈਠਕਾਂ ਦਾ ਕਾਰਨ ਵੀ ਇਹ ਹੈ ਕਿ ਕਿਤੇ ਉਦਣ ਕੋਈ ਉਲਟ ਫੇਰ ਨਾ ਹੋ ਜਾਵੇ, ਕੁਛ ਗੜਬੜ ਨਾ ਹੋ ਜਾਵੇ। ਇਸ ਕੰਮ ਲਈ ਧਾਮੀ ਸਾਹਿਬ ਵੀ ਲੱਗੇ ਨੇ, ਅਧਿਕਾਰਕ ਤੌਰ ਤੇ ਕੰਮ ਵੀ ਸੰਭਾਲ ਲਿਆ ਤੇ ਇਹ ਪ੍ਰਕਿਰਿਆ ਲਈ ਉਹ ਲਗਾਤਾਰ ਕੰਮ ਵੀ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਮੈਂ ਸੈਟਿੰਗ ਕਰ ਲਵਾਂ। ਇਹ ਸਾਰੀ ਸੈਟਿੰਗ ਦੇ ਦਰਮਿਆਨ ਹੀ 5 ਮੈਂਬਰੀ ਕਮੇਟੀ ਆਪਣੀ ਭਰਤੀ ਮੁਹਿੰਮ ਦੇ ਲਈ ਅੱਗੇ ਤੁਰੀ ਹੋਈ ਹੈ। ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਤੋਂ ਬਾਅਦ ਉੱਥੇ ਇਕੱਠ ਸੀ, ਉਹਦੀ ਖੂਬ ਚਰਚਾ ਹੋਈ। ਫਿਰ ਮੇਲਕੋਟਲੇ 'ਚ ਜਦੋਂ ਰੱਖਿਆ ਕਿ ਬੈਠਕ ਰੱਖੀ ਹੈ ਜੀ ਭਰਤੀ ਮੁਹਿੰਮ ਲਈ, ਉਹ ਰੈਲੀ 'ਚ ਬਦਲ ਗਈ। ਫਿਰ ਕੱਲ ਜਲੰਧਰ ਸ਼ਹਿਰ ਸੀ, ਉੱਥੇ 1000-1200 ਬੰਦਾ ਆ ਗਿਆ ਪਰਚੀਆਂ ਕਟਾਉਣ। ਸੋ ਇਸ ਨੇ ਵੀ ਬਾਦਲ ਧਿਰ ਨੂੰ ਫਿਕਰ ਤਾਂ ਪਾਇਆ ਤੇ ਪਤਾ ਇਹ ਲੱਗਿਆ ਕਿ 5 ਮੈਂਬਰੀ ਕਮੇਟੀ ਕੱਲ ਜਲੰਧਰ ਵਾਲੀ ਬੈਠਕ ਤੋਂ ਪਹਿਲਾਂ ਗੁਪਤ ਬੈਠਕ ਕਰ ਰਹੀ ਸੀ ਜੀ। 5 ਮੈਂਬਰੀ ਕਮੇਟੀ ਨੇ ਵੀ ਗੁਪਤ ਬੈਠਕ ਕੀਤੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੁਣ ਇਹ ਸਵਾਲ ਤਾਂ ਆਉਣਾ ਹੀ ਆਉਣਾ ਕਿ ਭਾਈ ਤੁਸੀਂ ਜੇ ਵਾਪਸ ਆਏ ਹੋ ਤਾਂ ਅਕਾਲ ਤਖਤ ਸਾਹਿਬ ਨੇ ਤੁਹਾਡਾ ਅਸਤੀਫਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ, ਤੁਸੀਂ 7 ਮੈਂਬਰੀ ਕਮੇਟੀ 'ਚ ਵਾਪਸੀ ਕਿਉਂ ਨਹੀਂ ਕੀਤੀ? ਸਹੀ। ਤੇ ਇੱਧਰ 5 ਮੈਂਬਰੀ ਕਮੇਟੀ ਆਪਣੇ ਕੰਮ ਲਈ ਜਿਵੇਂ ਅੱਗੇ ਵਧੀ ਹੋਈ ਆ, ਉਹਦੇ ਵਿੱਚੋਂ ਹੁਣ ਪਤਾ ਇਹ ਲੱਗ ਰਿਹਾ ਕਿ 5 ਮੈਂਬਰੀ ਕਮੇਟੀ ਦੀ ਕੱਲ ਗੁਪਤ ਬੈਠਕ ਕਰਕੇ ਪਹਿਲਾਂ ਤਾਂ ਆਪਣੇ ਤੱਕ ਹੋਈ ਪਹੁੰਚ ਅਪਰੋਚ ਦੇ ਕਿੱਸੇ ਸੁਣਾਏ ਕਹਿੰਦੇ, ਕਿਉਂਕਿ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਏਕਤਾ ਦੀ ਗੱਲ ਤੁਰੀ ਆ, ਪਰ ਹੁਣ ਪਤਾ ਲੱਗ ਰਿਹਾ ਕਿ ਏਕਤਾ ਦੀ ਗੱਲ ਘੱਟ ਆ, ਇਹ ਤੋੜਨ ਦੀ ਗੱਲ ਵੱਧ ਆ, ਜੋੜਨ ਨਾਲੋਂ ਤੋੜਨ ਦੀ। ਮਤਲਬ ਜੇ ਤੁਸੀਂ ਏਕਤਾ ਕਰਨੀ ਸਿੱਧੀ 5 ਮੈਂਬਰੀ ਕਮੇਟੀ ਨਾਲ ਕੋਈ ਬੈਠਕ ਰੱਖਦੇ, ਪਤਾ ਲੱਗ ਰਿਹਾ ਕਿ ਕੱਲੇ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਫਿਰ ਸੈਟਿੰਗ ਹੁੰਦੀ ਹੈ, ਉਹ ਸਮਝੌਤਾ ਨਹੀਂ ਹੁੰਦਾ, ਉਹ ਏਕਾ ਨਹੀਂ ਹੁੰਦਾ। ਤੋ ਕਹਿੰਦੇ ਪੰਜਾਂ ਨੇ ਕਹਿੰਦੇ ਕਿੱਸੇ ਸੁਣਾਏ ਕਿ ਮੇਰੇ ਕੋਲ ਕੌਣ ਆਇਆ ਸੀ, ਮੈਨੂੰ ਕਿਹਨੇ ਫੋਨ ਕੀਤਾ ਸੀ, ਕਿਹਦੇ ਰਾਹੀਂ ਸੁਨੇਹਾ ਲੱਗਿਆ, ਕਿਵੇਂ ਮੈਨੂੰ ਕਿਹੜੀ ਆਫਰ ਆਈ, ਕਹਿੰਦੇ ਇਹ ਗੱਲਾਂ ਹੋਈਆਂ। ਤੇ ਉਹ ਤੋਂ ਬਾਅਦ ਇਸ ਗੁਪਤ ਬੈਠਕ 'ਚ 5 ਮੈਂਬਰਾਂ ਨੇ ਫੈਸਲਾ ਕੀਤਾ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੌਂਪੀ ਸੇਵਾ ਕਰ ਰਹੇ ਹਾਂ ਜੀ, ਆਪਣਾ ਕੰਮ ਕੋਈ ਸਮਝੌਤੇ ਕਰਨਾ ਨਹੀਂ, ਆਪਾਂ ਕੋਈ ਧਿਰ ਨਹੀਂ ਆ। ਠੀਕ ਹੈ। ਆਪਾਂ ਤਾਂ ਅਕਾਲੀ ਦਲ ਦੀ ਭਰਤੀ ਕਰਕੇ ਡੈਲੀਗੇਟ ਮੂਹਰੇ ਰੱਖਣੇ ਆ, ਉਹ ਤੋਂ ਡੈਲੀ ਫੈਸਲਾ ਕਿਹਨੂੰ ਚੁਣਨਾ ਕਿਹਨੂੰ ਨਹੀਂ, ਪੁਰਾਣੇ ਨੂੰ ਚੁਣਨਾ ਨਵੇਂ ਨੂੰ ਚੁਣਨਾ, ਉਹਨਾਂ ਨੇ ਮੈਂ ਪਰਚੀ ਕਟਾਈ ਨਹੀਂ ਕਟਾਈ, ਜਿਹੜੇ ਮੈਂਬਰ ਬਣਨਗੇ ਉਹ ਫੈਸਲਾ ਕਰ ਲੈਣਗੇ। ਇਸ ਲਈ ਕਹਿੰਦੇ ਸਾਡਾ ਕੰਮ ਨਹੀਂ। ਸੋ ਇਹਨਾਂ ਨੇ ਇੱਕ ਤਰ੍ਹਾਂ ਨਾਲ ਲਿਖ ਖਿੱਚ ਲਈ ਕਿ ਆਪਾਂ ਸਿੱਧਾ ਰਾਜਨੀਤਿਕ ਕੰਮ ਕਰਦੇ ਹਾਂ, ਵੀ ਅਸੀਂ ਓਛੀ ਰਾਜਨੀਤੀ ਨਹੀਂ ਕਰਾਂਗੇ, ਇਹ ਉਹਨਾਂ ਦਾ ਸੰਕੇਤ ਆ। ਤੇ ਪਰ ਉਹਨਾਂ ਨੇ ਇਸ ਗੁਪਤ ਬੈਠਕ ਦਾ ਨਾ ਕਿਤੇ ਜ਼ਿਕਰ ਕੀਤਾ ਜੀ, ਠੀਕ ਆ, ਨਾ ਕਿਤੇ ਗੱਲ ਕੀਤੀ ਆ। ਪਰ ਜੇਕਰ ਉਹ ਇਸ ਫੈਸਲੇ ਤੇ ਕਾਇਮ ਰਹਿੰਦੇ ਨੇ, ਸ਼ਾਇਦ ਉਹ ਆਪਣਾ ਕੱਦ ਹੋਰ ਵਧਾ ਜਾਣ। ਪਰ ਫਿਰ ਵੀ ਪ੍ਰਵੀਨ ਜੀ, ਇਹ ਪੰਜਾਬ ਹਿੱਤ 'ਚ, ਕੌਮ ਹਿੱਤ 'ਚ ਤੇ ਸੂਬੇ ਦੇ ਹਿੱਤ 'ਚ ਹੋਊਗਾ ਜੇ ਸਾਰੀਆਂ ਧਿਰਾਂ ਇਕਜੁੱਟ ਹੋ ਜਾਣ ਤੇ ਉਹ ਚਿਹਰੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀਗਾ ਕਿ ਤੁਸੀਂ ਹੁਣ ਕੌਮ 'ਚ ਆਧਾਰ ਗਵਾ ਚੁੱਕੇ ਹੋ, ਉਹ ਆਪਣੇ ਆਪ ਪਿਛਲੀ ਲਾਈਨ 'ਚ ਜਾ ਕੇ ਖੜੇ ਹੋ ਜਾਣ ਤਾਂ ਸ਼ਾਇਦ ਭਲਾ ਹੋ ਜਾਵੇ ਹੋਰ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਜਾਂਦੇ ਆਪਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲੇ ਦੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਇੱਕ ਮਾਮਲੇ ਉੱਤੇ ਜਿਹੜਾ ਕਿ ਬਲਾਤਕਾਰ ਦੇ ਨਾਲ ਜੁੜਿਆ ਹੋਇਆ, ਉਸ ਦੇ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਹੈ ਜੀ। ਪ੍ਰਵੀਨ ਜੀ, ਇਹ ਮਾਮਲਾ ਇਲਾਹਾਬਾਦ ਹਾਈ ਕੋਰਟ ਦਾ ਸੀਗਾ। ਠੀਕ ਹੈ ਜੀ। ਯੂਪੀ ਦੇ ਇਲਾਹਾਬਾਦ ਕੋਰਟ ਨੇ ਲੰਘੇ ਦਿਨੀ ਇੱਕ ਫੈਸਲਾ ਸੁਣਾਇਆ, ਮਤਲਬ ਬਲਾਤਕਾਰ ਜਾਂ ਇਰਾਦਾ ਬਲਾਤਕਾਰ ਦੀ ਕੋਸ਼ਿਸ਼ ਦਾ। ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਜੀ ਆਹ ਮੁੰਡੇ ਤਾਂ ਬਰੀ ਨੇ। ਮਤਲਬ ਇੰਨਾ ਘਟੀਆਪਣ ਸੀ ਉਸ ਫੈਸਲੇ ਨੂੰ ਲਿਖਣ ਲੱਗਿਆਂ ਵੀ ਤੇ ਉਹਦੀ ਵਿਆਖਿਆ ਕਰਨ ਲੱਗਿਆਂ ਵੀ ਕਿ ਮੇਰੇ ਕੋਲੋਂ ਖਬਰ ਜਦੋਂ ਉਸ ਦਿਨ ਤੋਂ ਬਾਅਦ ਆਈ ਤੇ ਮੇਰਾ ਦਿਲ ਕਰਦਿਆਂ ਵੀ ਕਹਿੰਦਾ ਜ਼ਿਕਰ ਹੋਣਾ ਚਾਹੀਦਾ, ਮੈਂ ਹਿੰਮਤ ਨਹੀਂ ਕਰ ਪਾ ਰਿਹਾ ਸੀ ਕਿ ਕਿਵੇਂ ਸ਼ਬਦਾਂ ਦੀ ਵਰਤੋਂ ਕਰਾਂ। ਪਰ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਉਹਦਾ ਨੋਟਿਸ ਲਿਆ, ਖੁਦ ਨੋਟਿਸ, ਕਿਉਂਕਿ ਉਹ ਕਹਿੰਦੇ ਕਿ ਇਹ ਮਾਮਲਾ ਸਾਡੇ ਕੋਲ ਪਟੀਸ਼ਨ ਦੇ ਰੂਪ 'ਚ ਆਇਆ ਸੀ
ਪਰ ਉਸ ਪਟੀਸ਼ਨ ਦਾ ਹਵਾਲਾ ਇਹ ਸੀਗਾ ਕਿ ਹਾਈ ਕੋਰਟ ਦਾ ਜੀ ਇੱਕ ਆ ਫੈਸਲਾ ਹੈ ਤੇ ਉਹਦੇ ਉੱਤੇ ਪਟੀਸ਼ਨਰ ਕਹਿੰਦੇ ਸੀਗਾ ਵੀ ਹਾਈ ਕੋਰਟ ਦੇ ਫੈਸਲੇ ਨੂੰ ਕੰਟੀਨਿਊ ਰੱਖੋ, ਅਸੀਂ ਪਰੇ ਕਰਤਾ। ਪਰ ਜਦੋਂ ਸਮਾਜਿਕ ਕਾਰਕੁਨਾਂ ਰਾਹੀਂ, ਸੰਸਥਾਵਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਉਹਨਾਂ ਦੇ ਵੱਖ-ਵੱਖ ਮਾਧਿਅਮ ਰਾਹੀਂ ਸੁਪਰੀਮ ਕੋਰਟ ਦੇ ਮੂਹਰੇ ਇਹ ਗੱਲ ਆਈ ਕਿ ਵੀ ਇਹਦੇ ਵਿੱਚ ਤਾਂ ਸੰਵੇਦਨਸ਼ੀਲਤਾ ਹੀ ਨਹੀਂ, ਇਹਦੇ ਵਿੱਚ ਤਾਂ ਇਨਸਾਨੀਅਤ ਹੈ ਹੀ ਨਹੀਂ, ਇਸ ਫੈਸਲੇ 'ਚ ਕਿਤੇ ਸਮਝ ਤੇ ਸੂਝ ਹੈ ਹੀ ਨਹੀਂ, ਤੇ ਕਹਿੰਦੇ ਫਿਰ ਸੁਪਰੀਮ ਕੋਰਟ ਨੇ ਸਵੈ ਨੋਟਿਸ ਲਿਆ ਉਸ ਫੈਸਲੇ ਦਾ। ਮਾਮਲਾ ਕੀ ਆ, ਇੱਕ ਮਾਂ ਆਪਣੀ ਬੇਟੀ ਨਾਲ ਆਪਣੇ ਪਿੰਡ ਨੂੰ ਵਾਪਸ ਆ ਰਹੀ ਆ, ਵਾਪਸ ਆਉਂਦੇ ਨਾਬਾਲਗ ਬੱਚੀ ਆ 14-15 ਸਾਲ ਦੀ, ਤੇ ਉਸ ਪਿੰਡ ਦੇ ਮੁੰਡੇ ਮੋਟਰਸਾਈਕਲ ਤੇ ਜਾ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ ਇਹਨੂੰ ਪਿੰਡ ਛੱਡ ਦਾਂਗੇ, ਕਿੱਥੇ ਪੈਦਲ ਤੁਰੀ ਜਾਏਗੀ। ਤੇ ਉਹ ਆਪਣੇ ਪਿੰਡ ਦੇ ਮੁੰਡਿਆਂ ਨੂੰ ਪਛਾਣ ਕੇ ਕਹਿੰਦੀ ਹੈ ਕਿ ਠੀਕ ਆ ਫਿਰ ਲੈ ਜਾਓ, ਕੋਈ ਨਾ। ਉਹ ਅਗਾਂਹ ਜਾ ਕੇ ਉਸ ਬੱਚੀ ਨਾਲ ਛੇੜਖਾਨੀ ਸ਼ੁਰੂ ਕਰ ਦਿੰਦੇ ਨੇ। ਖਾਲੀ ਥਾਂ ਦੇਖ ਕੇ ਉਸ ਦੇ ਅੰਗਾਂ ਨੂੰ ਛੂਹਣਾ, ਧੂਣਾ, ਤੇ ਫਿਰ ਉਹਦੀ ਸਲਵਾਰ ਦਾ ਨਾਲਾ ਤੋੜਨਾ, ਤੇ ਉਸ ਤੋਂ ਬਾਅਦ ਉਸ ਨੂੰ ਫਿਰ ਥੱਲੇ ਮਤਲਬ ਇੱਕ ਥੱਲੇ ਚੋਏ ਜੇ ਵੱਲ ਨੂੰ ਲੈ ਕੇ ਖਿੱਚਣ ਧੂਣ ਦੀ ਕੋਸ਼ਿਸ਼ ਕਰਨੀ, ਹੈ ਨਾ, ਕਿ ਪੁਲੀ ਥੱਲੇ ਲੈ ਕੇ ਖਿੱਚਣ ਦੀ। ਤੇ ਇਹ ਸਾਰਾ ਮਾਮਲੇ ਦੇ ਲਈ ਉਹ ਜਦੋਂ ਔਰਤ ਕੋਲ ਕੋਈ ਟਰੈਕਟਰ ਲੈ ਕੇ ਲੰਘ ਰਿਹਾ ਸੀ ਪਿੰਡ ਵਾਲਾ, ਉਹ ਦੇਖ ਲਿਆ, ਉਹਨੇ ਛਡਾਏ, ਤੇ ਫਿਰ ਮੁੰਡੇ ਛੱਡ ਕੇ ਭੱਜ ਗਏ ਪਿੱਛੋਂ। ਬਾਅਦ ਚੋਂ ਮਾਂ ਆਈ, ਮਾਂ ਨੇ ਸਪੁਰਦ ਕੀਤੀ। ਇਹ ਮਾਮਲਾ 2021 ਦਾ। ਠੀਕ ਹੈ। 2021 ਦੀ ਘਟਨਾ ਤੋਂ ਬਾਅਦ ਉਹ ਮਾਂ ਫਿਰ ਉਸੇ ਸਮੇਂ ਪਿੰਡ 'ਚ ਉਹਨਾਂ ਦੇ ਘਰਾਂ 'ਚ ਜਾਂਦੀ ਆ, ਤੇ ਘਰਾਂ 'ਚੋਂ ਉਹਨੂੰ ਗਾਲਾਂ ਮਿਲਦੀਆਂ ਨੇ, ਉਹਦੇ ਪਰਿਵਾਰਾਂ ਵੱਲੋਂ ਮੁੰਡਿਆਂ ਵਾਲੇ ਭਜਾ ਦਿੰਦੇ ਉਹਨਾਂ ਨੂੰ। ਉਹ ਥਾਣੇ ਜਾਂਦੀ ਆ, ਉਹਦੀ ਕੋਈ ਸ਼ਿਕਾਇਤ ਦਰਜ ਨਹੀਂ ਹੁੰਦੀ। ਆਖਰ ਉਹ ਅਦਾਲਤ ਦਾ ਰੁਖ ਕਰਦੀ ਆ, ਤੇ 2021 'ਚ ਅਦਾਲਤ 'ਚ ਦਰਜ ਕੇਸ ਜਾ ਕੇ 2025 ਦੇ ਵਿੱਚ ਫੈਸਲੇ ਵਾਲੇ ਪਾਸੇ ਨੂੰ ਆਉਂਦਾ ਹੈ। ਤੇ ਫੈਸਲੇ 'ਚ ਜੋ ਲਿਖਿਆ ਜਾਂਦਾ ਹੈ ਕਿ ਜੀ ਅੰਗ ਛੂਹਣਾ, ਅੰਗ ਖਿੱਚਣਾ ਜਾਂ ਨਾਲਾ ਤੋੜਨਾ, ਇਹ ਰੇਪ ਜਾਂ ਰੇਪ ਦੀ ਕੋਸ਼ਿਸ਼ ਨਹੀਂ ਹੈ। ਅੱਛਾ। ਇਹ ਹਾਈ ਕੋਰਟ ਦਾ ਫੈਸਲਾ, ਤੇ ਮਾਨਯੋਗ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਇਹਦੇ ਤੇ ਆਪ ਮੁਹਾਰੇ ਸੁਣਵਾਈ ਕਰਦਿਆਂ ਕਿਹਾ ਕਿ ਨਾ ਤਾਂ ਜੱਜ 'ਚ ਸੰਵੇਦਨਾ ਸੀ, ਤੇ ਨਾ ਲਿਖਣ ਵਾਲੇ ਦੇ ਅੰਦਰ ਸੰਵੇਦਨਾ ਸੀ, ਕਿ ਤੁਸੀਂ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਰਹੇ ਹੋ ਕਿ ਕੀ ਹੁੰਦਾ ਕੀ ਨਹੀਂ, ਤੇ ਤੁਸੀਂ ਸਮਾਜਿਕ ਸਿੱਧਾ ਹੁੰਦਾ ਘਾਣ ਵੀ ਭੁੱਲ ਰਹੇ ਹੋ। ਪ੍ਰਵੀਨ ਜੀ, ਅਦਾਲਤੀ ਫੈਸਲੇ ਅਜਿਹੀਆਂ ਹੋਰ ਘਟਨਾਵਾਂ 'ਚ ਆਧਾਰ ਬਣਦੇ ਨੇ। ਬਿਲਕੁਲ, ਉਹਨਾਂ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਕਿ ਇਹ, ਤੇ ਹਾਈ ਕੋਰਟ ਦਾ ਫੈਸਲਾ ਕੋਈ ਸਧਾਰਨ ਫੈਸਲਾ ਵੀ ਨਹੀਂ ਹੈ। ਤੇ ਤੁਸੀਂ ਉਸ ਕੁਰਸੀ ਤੇ ਬੈਠ ਕੇ ਕਿਵੇਂ ਮਤਲਬ ਕਿ ਅਜਿਹਾ ਕਾਰਜ ਕਰ ਸਕਦੇ ਹੋ? ਫਿਰ ਇਹ ਨੋਟਾਂ ਵਾਲੇ ਘਰਾਂ 'ਚ, ਜੱਜਾਂ ਦੇ ਘਰਾਂ 'ਚ ਅੱਗ ਲੱਗੇ ਨੋਟ ਫਿਰ ਤਾਂ ਹੀ ਮਿਲਦੇ ਨੇ। ਬਿਲਕੁਲ, ਇਹੀ ਵਰਤਾਰਾ ਹੈ। ਤੇ ਮਾਨਯੋਗ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਕਿਤੇ ਵੀ ਸੰਵੇਦਨਾ ਨਹੀਂ ਗੀ, ਕਿ ਇਹ ਜੱਜ ਦੇ ਫੈਸਲੇ ਦੇ ਉੱਤੇ ਸਵਾਲ ਹੈ, ਤੇ ਲਿਖਣ ਵਾਲਿਆਂ ਤੇ ਸਵਾਲ ਹੈ, ਇਹ ਤੇ ਅੱਗੇ ਕਾਰਵਾਈ ਕਰਾਂਗੇ। ਉਹਨਾਂ ਨੇ ਰੋਕ ਲਾ ਦਿੱਤੀ। ਜੀ ਬਿਲਕੁਲ ਬਿਲਕੁਲ। ਦੇਖੋ, ਜੱਜਾਂ ਜੇ ਇਹੋ ਜਿਹੇ ਫੈਸਲੇ ਹੋਣਗੇ, ਫਿਰ ਜੱਜਾਂ ਦੇ ਘਰੋਂ ਨੋਟਾਂ ਦੀਆਂ ਬੋਰੀਆਂ ਮਿਲਣਗੀਆਂ, ਤੇ ਉਹ ਨੋਟ ਕਿਤੇ ਵਰਤੇ ਵੀ ਨਹੀਂ ਜਾਂਦੇ, ਫਿਰ ਇੰਨੇ ਕੁ ਆ ਜਾਂਦੇ ਵੀ ਉਹ ਸੜ ਹੀ ਜਾਂਦੇ ਆ, ਫਿਰ ਬਾਅਦ 'ਚ ਕਿਸੇ ਕੰਮ ਵੀ ਨਹੀਂ ਆਉਂਦੇ। ਪਰ ਬਿਲਕੁਲ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਸ਼ਰਮਾ ਜੀ, ਕਿ ਇਸ ਫੈਸਲੇ ਦੇ ਵਿੱਚ, ਇਸ ਮਾਮਲੇ ਦੇ ਫੈਸਲੇ ਦੇ ਵਿੱਚ ਮਨੁੱਖਤਾ ਕਿਤੇ ਵੀ ਨਹੀਂ ਸੀ। ਤਾਂ ਤੁਹਾਡੇ ਦੱਸਣ ਦੇ ਮੁਤਾਬਕ ਉਹ ਜ਼ਾਹਰ ਹੁੰਦਾ ਕਿ ਮਨੁੱਖਤਾ ਕਿਤੇ ਵੀ ਨਹੀਂ ਸੀ। ਪਰ ਦੇਖੋ, ਤੁਸੀਂ ਅਦਾਲਤਾਂ ਨੇ ਤਾਂ, ਜੇਕਰ ਸਰਵਉੱਚ ਅਦਾਲਤਾਂ ਨੇ ਜਾਂ ਕਿਸੇ ਹੋਰ ਉੱਪਰੀ ਅਦਾਲਤ ਹੈ, ਤਾਂ ਕਰਕੇ ਥੋੜੀ ਜਿਹੀ ਲੋਕਾਂ ਦੀ ਉਮੀਦ ਹੈਗੀ ਹੈ। ਨਹੀਂ ਤਾਂ ਤੰਤਰ ਸਾਰਾ ਕੁਝ ਜਿਹੜਾ ਉਹ ਲੋਕਾਂ ਦੇ, ਭ੍ਰਿਸ਼ਟ ਲੋਕਾਂ ਦੇ ਹੱਥੇ ਚੜ੍ਹਾਈ ਪਿਆ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।